ਸਸਾ ਸੋ ਨਿਕਾਕਾਰ ਸੁਦੋ ਘਟ ਪਰਚਾ ਕੀ ਬਾਤ ਨਿਰੁੱਧ ਹੋ। ਘਟ ਪਰਚੈ ਜੋ ਉਪਜੈ ਭਾਵ ਪੂਰ ਰਹਿਆ ਤਹਾਂ ਤ੍ਰਿਭਵਨ ਰਾਵ। ਕਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨ ਹੋਇ। ਖੋਜ ਬੂਝ ਜੋ ਕਰੈ ਵਿਚਾਰਾ ਤੋ ਭਵ ਜਲ ਤਰਤ ਨਾ ਲਾਵੈ ਪਾਰਾ। ਸਸਾ ਸੋ ਸ਼ਹਿ ਸੇਜ ਸਵਾਰੈ ਸੋਈ ਸਹੀ ਸੰਦੇ ਨਿਵਾਰੈ। ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀ ਉਹ ਕੰਤ ਰਹਾਵਾ। ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀ ਉਹ ਕੰਤ ਕਹਾਵਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾਤਾਰ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਗੁਰੂ ਸਵਾਰਿਆਂ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦਾ ਕੀਰਤਨ ਨਾਮ ਸਰਬੱਤ ਸੰਗਤ ਨੇ ਬੜੇ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਜਿਸ ਨਾਲ ਆਪਾਂ ਸਾਰੇ ਹੀ ਅਕਾਲ ਪੁਰਖ ਦੀ ਮਿਹਰ ਸਦਕਾ ਉਦਮ ਬਲ ਦਾ ਬਖਸ਼ਿਸ਼ ਦਾ ਸਦਕਾ ਸਾਂਝ ਬਣਾਉਣ ਦਾ ਯਤਨ ਕਰਦੇ ਹਾਂ। ਇਸ ਪਾਵਨ ਬਾਣੀ ਦੇ ਵਿੱਚੋਂ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ। ਜਦੋਂ ਸਤਿਗੁਰੂ ਆਪਣੀ ਪਾਵਨ ਬਾਣੀ ਦੇ ਵਿੱਚੋਂ ਇਸ ਮਨ ਨੂੰ ਅਕਾਲ ਪੁਰਖ ਦੇ ਗੁਣਾਂ ਨਾਲ ਪਰਚਾਉਣ ਦੀ ਗੱਲ ਸਾਨੂੰ ਸਮਝਾਉਂਦੇ ਹਨ। ਪਰਚਾਉਣ ਦਾ ਅਰਥ ਹੁੰਦਾ ਹੈ ਪਰਚਾਓ, ਪਰਚੈ ਜਾਂ ਪਰਚਾ ਸ਼ਬਦ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਤਾਂ ਇਸ ਦਾ ਭਾਵ ਹੈ ਸੋਝੀ ਹੋਣਾ, ਗਿਆਨ ਹੋਣਾ, ਜਾਣ ਪਛਾਣ ਬਣਨਾ, ਡੂੰਗੀ ਸਾਂਝ ਪੈਦਾ ਹੋ ਜਾਣੀ। ਇਸ ਨੂੰ ਗੁਰੂ ਪਾਤਸ਼ਾਹ ਜੀ ਇਸ ਸ਼ਬਦ ਰਾਹੀਂ ਬਿਆਨ ਕਰਦੇ ਹਨ। ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਆਤਮਾ ਦਿਓ ਪੂਜੀਐ ਗੁਰ ਕੈ ਸਹਜ ਸੁਭਾਏ। ਆਤਮੈ ਨੂੰ ਆਤਮੈ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ। ਆਤਮਾ ਦਿਓ ਦਾ ਭਾਵ ਹੈ ਪ੍ਰਕਾਸ਼ ਸਰੂਪ ਅਕਾਲ ਪੁਰਖ ਨੂੰ ਮਨ ਜਦੋਂ ਗੁਰੂ ਦੇ ਉਪਦੇਸ਼ ਰਾਹੀਂ ਮੰਨਣ ਲੱਗ ਪੈਂਦਾ ਹੈ। ਆਤਮਾ ਦਿਓ ਪੂਜੀਐ ਗੁਰ ਕੈ ਸਹਜ ਸੁਭਾਏ। ਗੁਰੂ ਦੇ ਬਚਨ ਰਾਹੀਂ ਸਹਿਜ ਦਾ ਅਰਥ ਹੈ ਆਤਮਕ ਅਡੋਲਤਾ ਵਿੱਚ ਟਿਕ ਕੇ, ਸੁਭਾਏ ਦਾ ਅਰਥ ਹੈ ਪ੍ਰੇਮ ਸਹਿਤ। ਤੋ ਅੱਗੇ ਬਚਨ ਕਰਦਿਆਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਤਮੈ ਨੂੰ ਆਤਮੈ ਦੀ ਪ੍ਰਤੀਤ ਹੋਏ। ਕਿਉਂਕਿ ਅਸੀਂ ਵੀ ਉਸ ਰੱਬ ਦਾ ਹੀ ਅੰਸ਼ ਹਾਂ, ਇਸ ਕਰਕੇ ਸਾਡੀ ਜੀਵ ਆਤਮਾ ਨੂੰ
ਉਸ ਆਤਮੇ ਸਰਵ ਵਿਆਪਕ ਅਕਾਲ ਪੁਰਖ ਤੇ ਯਕੀਨ ਵੱਜ ਜਾਂਦਾ ਹੈ ਗੁਰੂ ਦੇ ਬਚਨ ਨੂੰ ਕਮਾ ਕੇ। ਤਾਂ ਜਦੋਂ ਗੁਰੂ ਦੇ ਬਚਨ ਰਾਹੀਂ ਆਤਮੈ ਨੂੰ ਆਤਮੈ ਦੀ ਪ੍ਰਤੀਤ ਹੋਏ ਤਾਂ ਘਰ ਦਾ ਮਤਲਬ ਆਪਣੇ ਅੰਦਰੋਂ ਹੀ ਪਰਚਾ ਪਾਏ। ਪਰਚਾ ਦਾ ਭਾਵ ਹੈ ਉਸ ਰੱਬ ਨਾਲ ਸਾਂਝ ਬਣ ਜਾਂਦੀ ਹੈ। ਤੋ ਪਰਚਾਉਣ ਦਾ ਮਤਲਬ ਹੈ ਸਾਂਝ ਰੱਖਣੀ। ਸਾਂਝ ਦਾ ਭਾਵ ਹੈ ਇੱਕ ਐਸਾ ਸੰਬੰਧ, ਇੱਕ ਐਸਾ ਰਿਲੇਸ਼ਨ ਕਾਇਮ ਕਰ ਲੈਣਾ, ਇੱਕ ਐਸਾ ਜੋੜ ਪੈਦਾ ਕਰ ਲੈਣਾ ਜਿੱਥੇ ਅਸੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਉਸ ਰੱਬ ਨਾਲ ਅੰਦਰੋਂ ਪੱਕੇ ਤੌਰ ਉੱਤੇ ਜੁੜੇ ਰਹੀਏ। ਸਾਡੀ ਉਹਦੇ ਨਾਲ ਸਾਂਝ ਬਣ ਗਈ। ਇਸ ਨੂੰ ਕਬੀਰ ਸਾਹਿਬ ਮਨ ਨੂੰ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਕਬੀਰ ਨਿਰਗੁਣ RAM ਨਾ ਰੋਸ। ਰੋਸ ਦਾ ਅਰਥ ਹੁੰਦਾ ਵੀ ਜੁਦਾ ਨਾ ਹੋ, ਸਾਂਝ ਨਾ ਤੋੜ। ਹੇ ਕਬੀਰ, ਉਸ ਤਿੰਨਾਂ ਗੁਣਾਂ ਤੋਂ ਮੁਕਤ ਅਕਾਲ ਪੁਰਖ ਨਾਲੋਂ ਦੂਰ ਨਾ ਹੋ, ਉਹਦੀ ਯਾਦ ਮਨ ਚ ਵਸਾ, ਉਹਨੂੰ ਭੁੱਲ ਨਾ। ਇਸ ਪਰਚਾਏ ਪਰਚ ਰਹੋ, ਇਸ ਮਨ ਨੂੰ ਇਸ ਵਿੱਚ ਪਰਚਾ ਤੇ ਇਸ ਵਿੱਚ ਜੁੜਿਆ ਰਹੇ, ਇਸ ਨਾਲ ਸਾਂਝ ਬਣਾਈ ਰੱਖ। ਗੁਰੂ ਮਹਾਰਾਜ ਦਾ ਰਾਗ ਸੂਹੀ ਦੇ ਵਿੱਚ ਸ਼ਬਦ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਵਿੱਚ ਬੜੀ ਅਮੋਲਕ ਵਿਚਾਰ ਸਾਨੂੰ ਸਮਝਾਉਂਦੇ ਨੇ। ਭਾਵੇਂ ਉਸ ਸ਼ਬਦ ਦੇ ਅੰਦਰ ਸਾਰੀ ਜਿਹੜੇ ਪ੍ਰਤੀਕ ਵਰਤੇ ਹਨ ਜੋਗ ਮਤ ਦੇ ਵਰਤੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਉਸ ਬਚਨ ਦੇ ਵਿੱਚ ਇਹ ਫਰਮਾਉਂਦੇ ਹਨ, ਸਤਿਗੁਰ ਭੇਟੈ ਤਾਂ ਸੰਸਾ ਟੂਟੈ, ਧਾਵਤ ਵਰਜ ਰਹਾਈਐ। ਕਿ ਜਦੋਂ ਗੁਰੂ ਮਿਲਦਾ ਹੈ ਅੰਦਰ ਦੇ ਸਹਿਮ ਟੁੱਟ ਜਾਂਦੇ ਹਨ, ਡਰ ਤੌਖਲੇ ਮੁੱਕ ਜਾਂਦੇ ਹਨ। ਧਾਵਤ ਦਾ ਅਰਥ ਹੁੰਦਾ ਵੀ ਜਿਹੜਾ ਮਨ ਭਟਕਦਾ ਹੈ, ਧਾਉਂਦਾ ਹੈ, ਬਾਹਰ ਨੂੰ ਜਾਂਦਾ ਹੈ। ਵਰਜ ਦਾ ਮਤਲਬ ਹੁੰਦਾ ਹੈ ਰੋਕਣਾ, ਵਰਜ ਲੈਣਾ। ਇਹਨੂੰ ਅਸੀਂ ਵਰਜ ਕੇ ਰੋਕ ਕੇ ਰੱਖ ਲੈਂਦੇ ਹਾਂ ਗੁਰੂ ਦੇ ਉਪਦੇਸ਼ ਦੀ ਕਮਾਈ ਨਾਲ। ਧਰਮ ਦੀ ਸਾਰੀ ਫਿਲਾਸਫੀ, ਜੋਗ ਮਤ ਦੀ ਸਾਰੀ ਥਿਊਰੀ ਇਸ ਜਗ੍ਹਾ ਦੇ ਉੱਤੇ ਖੜੀ ਹੈ ਵੀ ਮਨ ਦੀ ਭਟਕਣਾ ਨੂੰ ਕਿਵੇਂ ਰੋਕਿਆ ਜਾਏ। ਮਨ ਦੀ ਇਸ ਭਟਕਣਾ ਨੂੰ ਰੋਕਣ ਵਾਸਤੇ ਹੀ ਇੰਨੇ ਬਾਹਰੀ ਸਾਧਨ, ਇੰਨੀਆਂ ਤਕਨੀਕਾਂ, ਇੰਨੇ ਢੰਗ ਤਰੀਕੇ ਜਿਹੜੇ ਸਨ ਉਹ ਵਰਤੇ ਗਏ। ਜੋਗੀ ਪੁੱਠੇ ਲਟਕੇ, ਤਪ ਸਾਧੇ, ਯਤਨ ਕੀਤੇ, ਤਿਆਗ ਕੀਤੇ। ਹੁਣ ਇਸ ਸਾਰੇ ਸ਼ਬਦ ਵਿੱਚ ਕਿਉਂਕਿ ਜੋਗੀਆਂ ਨਾਲ ਗੁਰੂ ਪਾਤਸ਼ਾਹ ਦੀ ਚਰਚਾ ਹੋ ਰਹੀ ਹੈ ਤਾਂ ਪ੍ਰਤੀਕ ਵੀ ਉਹੀ ਨੇ। ਜਿੱਥੇ ਗੁਰੂ ਮਹਾਰਾਜ ਕਹਿ ਰਹੇ ਨੇ ਵੀ ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈਏ। ਕਿ ਬਾਹਰ ਮੜੀਆਂ ਮਸਾਣੀਆਂ ਵਿੱਚ ਬਹਿਣ ਨਾਲ ਜੋਗ ਰੱਬ ਨਾਲ ਮਿਲਾਪ ਨਹੀਂ ਹੋ ਸਕਦਾ, ਤੇ ਨਾ ਹੀ ਬਹੁਤ ਲੰਬੀਆਂ ਸਮਾਧੀਆਂ ਵਿੱਚ ਸਥਿਤ ਹੋਇਆਂ ਸਰੀਰ ਨੂੰ ਇੱਕ ਜਗ੍ਹਾ ਤੇ ਟਿਕਾ ਕੇ ਰੱਖ ਲੈਣ ਨਾਲ ਤੁਸੀਂ ਰੱਬ ਵਾਲੇ ਹੋ ਸਕਦੇ ਹੋ। ਇਹਦੇ ਲਈ ਕੁਝ ਹੋਰ ਕਰਨਾ ਪਏਗਾ, ਕਿਉਂਕਿ ਸਤਿਗੁਰੂ ਦੀ ਉਹਨਾਂ ਦੇ ਨਾਲ ਇੱਕ ਵਿਚਾਰ ਸੰਵਾਦ ਹੋ ਰਿਹਾ। ਇਸ ਕਰਕੇ ਸਾਰੇ ਪ੍ਰਤੀਕ ਉਹਨਾਂ ਵਾਲੀ ਨੇ। ਤਾਂ ਮਹਾਰਾਜ ਨੇ ਆਖਿਆ, ਸਤਿਗੁਰੂ ਮਿਲੇ ਤਾਂ ਸੰਸਾ ਟੂਟੈ, ਧਾਵਤ ਵਰਜ ਰਹਾਈਐ, ਨਿਚਰ ਝਰੈ। ਕਿਉਂਕਿ ਜੋਗੀਆਂ ਦਾ ਖਿਆਲ ਸੀ ਉਤੋਂ ਅੰਮ੍ਰਿਤ ਦੀਆਂ ਬੂੰਦਾਂ ਟਪਕਦੀਆਂ ਹਨ ਤਾਲੂਏ ਤੋਂ, ਉਹਨੂੰ ਕਹਿੰਦੇ ਸਨ ਦਸਮ ਦੁਆਰ ਵਿੱਚੋਂ। ਦਸਮ ਦੁਆਰ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਟਪਕਦੀਆਂ ਹਨ। ਇਸ ਨੂੰ ਆਖਦੇ ਸਨ ਵੀ ਉਹ ਅੰਮ੍ਰਿਤ ਰਸ ਸਾਡੇ ਅੰਦਰ, ਸਾਡੇ ਸੰਗ ਵਿੱਚ ਚੋਣ ਲੱਗ ਪੈਂਦਾ ਹੈ ਜਦੋਂ ਅਸੀਂ ਸਮਾਧੀ ਵਿੱਚ ਸਥਿਤ ਹੁੰਦੇ। ਹਾਲਾਂਕਿ ਇੱਕ ਸਰੀਰ ਦੀ ਕਿਰਿਆ ਹੈ ਕਿ ਸਾਡੇ ਸਰੀਰ ਵਿੱਚ ਪਾਣੀ ਦੀ ਮਾਤਰਾ ਹੈ, ਤਾਂ ਉਹ ਲੇਸ ਜਿਸ ਵੇਲੇ ਉਹਨਾਂ ਦੇ ਗਲੇ ਵਿੱਚ ਉਤਰਦੀ ਤਾਂ ਉਹ ਇਸ ਨੂੰ ਉਹ ਕਹਿੰਦੇ ਸਨ ਨਿਚਰ ਝਰ। ਪਰ ਗੁਰਮਤਿ ਨੇ ਇਸ ਨੂੰ ਆਖਿਆ ਨਿਝਰ, ਨਾ ਝਰਨ ਵਾਲਾ, ਜਿਹੜਾ ਤੁਹਾਡੇ ਇਹਨਾਂ ਯਤਨਾਂ ਨਾਲ ਨਹੀਂ ਨਾ ਝਰਦਾ। ਜਿਸ ਅੰਮ੍ਰਿਤ ਨੂੰ ਤੁਸੀਂ ਇਹ ਸਾਰੇ ਯਤਨ ਕੀਤਿਆਂ ਨਹੀਂ ਚੱਖ ਸਕੇ, ਉਹ ਨਾਮ ਰੂਪੀ ਅੰਮ੍ਰਿਤ ਦਾ ਸਵਾਦ ਤੁਹਾਨੂੰ ਬਿਨਾਂ ਕਿਸੇ ਮਟੀਰੀਅਲ ਤੋਂ ਹੀ ਆਏਗਾ। ਕਿਉਂਕਿ ਜਦੋਂ ਕੋਈ ਮਟੀਰੀਅਲ ਸਾਡੇ ਗਲੇ ਵਿੱਚ ਜਾਏਗਾ, ਕੋਈ ਪਦਾਰਥ ਜਾਏਗਾ, ਉਹ ਤਾਂ ਆਪਣਾ ਸਵਾਦ ਛੱਡੇਗਾ ਹੀ। ਪਰ ਕੀ ਕੋਈ ਐਸਾ ਸਵਾਦ ਵੀ ਹੈ ਜਿਹੜਾ ਬਿਨਾਂ ਕਿਸੇ ਪਦਾਰਥ ਤੋਂ ਹੋਵੇ? ਵੀ ਕੋਈ ਬੂੰਦ ਅਸੀਂ ਪਾਣੀ ਦੀ ਮੂੰਹ ਵਿੱਚ ਸੁੱਟ ਲਈਏ, ਉਹਦਾ ਆਪਣਾ ਟੇਸਟ ਹੋਏਗਾ। ਕੁਦਰਤ ਨੇ ਸਾਡੇ ਅੰਦਰ ਹਰ ਇੱਕ ਚੀਜ਼, ਪਦਾਰਥ ਦਾ ਸਵਾਦ ਲੈਣ ਦੀ ਸਾਡੀ ਜ਼ੁਬਾਨ ਵਿੱਚ ਸੱਤਾ, ਤਾਕਤ ਪਾਈ ਹੈ। ਇਹ ਇਕੱਲਾ ਬੋਲਦੀ ਹੀ ਨਹੀਂ, ਸਵਾਦ ਵੀ ਚੱਖਦੀ ਹੈ। ਤਾਂ ਅਸੀਂ ਹਰ ਚੀਜ਼ ਦਾ ਸਵਾਦ ਚੱਖਣ ਵਾਸਤੇ ਜ਼ੁਬਾਨ ਉੱਤੇ ਲਾ ਕੇ ਦੱਸਦੇ ਹਾਂ, ਇਹ ਕੌੜੀ ਹੈ, ਮਿੱਠੀ ਹੈ, ਕਿਸ ਤਰ੍ਹਾਂ ਦੀ ਹੈ। ਤੋ ਗੁਰੂ ਮਹਾਰਾਜ ਕਹਿੰਦੇ ਕਿ ਉਹ ਐਸਾ, ਇਹ ਤਾਂ ਸਵਾਦ ਛਿਨ ਭੰਗਰਦੇ ਨੇ ਨਾ, ਵੀ ਜਿੰਨਾ ਚਿਰ ਤੁਸੀਂ ਖਾ ਰਹੇ ਹੋ ਸਵਾਦ ਆ ਰਿਹਾ ਬਸ। ਪਰ ਗੁਰੂ ਮਹਾਰਾਜ ਕਹਿੰਦੇ ਕੋਈ ਐਸਾ ਸਵਾਦ ਰਸ ਵੀ ਹੈ
ਜਿਹੜਾ ਬਿਨਾਂ ਕਿਸੇ ਪਦਾਰਥ ਤੋਂ ਜੀਵਨ ਵਿੱਚ ਹੋਵੇ, ਉਹ ਹੁੰਦਾ ਹੈ ਸਾਡੇ ਸੁਭਾਅ, ਸਾਡੇ ਅੰਤਰਾਤਮੇ ਵਿੱਚ। ਹੁਣ ਕਈ ਬੰਦੇ ਕੁਝ ਸੋਚਣ ਦਾ ਸਵਾਦ ਮਾਣ ਰਹੇ ਹਨ, ਕੁਝ ਬੰਦੇ ਚੰਗਾ ਸੋਚਣ ਦਾ ਆਨੰਦ ਲੈਂਦੇ ਹਨ, ਕੁਝ ਮਾੜਾ ਸੋਚਣ ਦਾ ਲੈਂਦੇ ਹਨ। ਕੋਈ ਕਿਸੇ ਖਿਆਲ ਚੋਂ ਸਵਾਦ ਮਾਣਦਾ ਹੈ, ਕੋਈ ਕਿਸੇ ਚੋਂ ਮਾਣਦਾ ਹੈ। ਕੱਲੀ ਜ਼ਬਾਨ ਨਹੀਂ ਰਹੀ, ਸਾਡੀ ਬੁੱਧੀ ਤੋਂ ਲੈ ਕੇ ਦਿਮਾਗ ਤੋਂ ਲੈ ਕੇ ਸਾਰੇ ਗਿਆਨ ਇੰਦਰੇ ਆਪਣੇ ਆਪਣੇ ਚਸਕੇ ਵਿੱਚ ਮੁਬਤਲਾ ਖਚਤ ਹਨ। ਇਸ ਨੂੰ ਬਾਣੀ ਨੇ ਆਖਿਆ, ਸਗਲ ਸਹੇਰੀ ਆਪਣੇ ਰਸ ਮਾਤੀ, ਗ੍ਰੇ ਆਪਣੇ ਕੀ ਖਬਰ ਨਾ ਜਾਤੀ। ਕਹਿੰਦੇ ਨੇ ਸਾਡੇ ਸਾਰੇ ਗਿਆਨ ਇੰਦਰੀਆਂ ਜਿਹੜੀਆਂ ਨੇ ਆਪਣੇ ਆਪਣੇ ਸਵਾਦ ਮਾਣ ਰਹੀਆਂ ਹਨ, ਪਰ ਕਿਸੇ ਨੂੰ ਆਪਣੇ ਘਰ ਦੀ ਖਬਰ ਨਹੀਂ, ਘਰ ਦੀ ਖਬਰ ਨਹੀਂ। ਭਾਵ ਹਿਰਦੇ ਵਿੱਚ ਕੀ ਵਾਪਰ ਰਿਹਾ ਹੈ, ਅੰਦਰ ਕੀ ਜ਼ਹਿਰ ਇਕੱਠਾ ਹੋ ਰਿਹਾ, ਇਸ ਬਾਰੇ ਕੋਈ ਚਿੰਤਾ ਨਹੀਂ, ਸਵਾਦ ਮਾਣੇ ਜਾ ਰਹੇ ਹਨ। ਹੁਣ ਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਉਹ ਨੇਚਰ ਝਰੈ, ਜਿਹੜਾ ਕਿਸੇ ਪਦਾਰਥ ਦਾ ਮੁਤਾਜ ਨਹੀਂ ਸਵਾਦ, ਉਹ ਤੁਹਾਡੇ ਅੰਦਰ ਝਰਨਾ ਸ਼ੁਰੂ ਹੋ ਗਿਆ, ਆਉਣਾ ਸ਼ੁਰੂ ਹੋ ਗਿਆ, ਜਾਨੀ ਕਿ ਸੱਚ ਦੀ ਸੋਝੀ ਹੋ ਗਈ, ਸਹਜ ਧੁਨ ਲੱਗ ਗਈ। ਇਹ ਤੇ ਜਿਹੜੀ ਬਾਹਰੀ ਧੁਨ ਸਮਾਧੀ ਲੱਗ ਰਹੀ ਹੈ, ਇਹ ਤਾਂ ਉਹ ਹੈ ਨਾ ਵੀ ਜਿਹੜੀ ਕੁਝ ਸਮੇਂ ਬਾਅਦ ਬੰਦ ਹੋ ਸਕਦੀ। ਕੋਈ ਆ ਕੇ ਹਿਲਾ ਦੇਵੇ, ਰੋਕ ਦੇਵੇ, ਬੁਲਾ ਦੇਵੇ ਤੇ ਗੱਲ ਖਤਮ ਹੋ ਗਈ। ਇਸੇ ਕਰਕੇ ਤੇ ਜੰਗਲਾਂ 'ਚ ਜਾਣਾ ਪਿਆ ਵੀ ਸਾਨੂੰ ਉੱਥੇ ਕੋਈ ਬੁਲਾਉਣ ਵਾਲਾ ਨਾ ਹੋਵੇ। ਪਹਾੜਾਂ ਦੀਆਂ ਗੁਫਾਵਾਂ ਵਿੱਚ ਇਸੇ ਕਰਕੇ ਹੀ ਬਹਿਣਾ ਪਿਆ, ਕੰਦਰਾਂ ਵਿੱਚ ਵੀ, ਉੱਥੇ ਸਾਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ, ਅਸੀਂ ਲੰਬੇ ਸਮੇਂ ਤੱਕ ਬਹਿ ਸਕੀਏ। ਇੱਥੇ ਤੇ ਕੋਈ ਵੀ ਆ ਕੇ ਰੋਕ ਸਕਦਾ, ਟੋਕ ਸਕਦਾ, ਕੋਈ ਸ਼ੋਰ ਸ਼ਰਾਬਾ ਹੋ ਸਕਦਾ, ਸਭ ਚੀਜ਼ਾਂ ਤੋਂ ਦੂਰ ਚਲੇ ਜਾਓ। ਪਰ ਗੁਰੂ ਮਹਾਰਾਜ ਕਹਿੰਦੇ ਨੇ, ਉੱਥੇ ਵੀ ਜੇ ਬਾਹਰੀ ਤੌਰ ਤੇ ਸਰੀਰਕ ਰੂਪ ਵਿੱਚ ਬੰਦਾ ਐਨ ਪੂਰੀ ਤਰ੍ਹਾਂ ਟਿਕ ਕੇ ਬਹਿ ਜਾਏ, ਤੇ ਮਨ ਅੰਦਰ ਦੇ ਜਿਹੜੇ ਸੰਕਲਪ ਫੁਰਨੇ ਨੇ ਉਹ ਤਾਂ ਨਹੀਂ ਨਾ ਰੋਕੇ ਜਾ ਸਕਦੇ। ਉਹ ਤਾਂ ਆਪਣਾ ਕੰਮ ਕਰੀ ਜਾ, ਮਾਈਂਡ ਤਾਂ ਆਪਣਾ ਕੰਮ ਕਰ ਹੀ ਰਿਹਾ। ਅਸੀਂ ਸੌਂ ਰਹੇ ਹਾਂ, ਪਰ ਸਾਡਾ ਦਿਮਾਗ ਜਿਹੜਾ, ਬ੍ਰੇਨ ਜਿਹੜਾ, ਉਹ ਆਪਣਾ ਵਰਕ ਕਰੀ ਜਾਂਦਾ, ਸੁਪਨੇ ਲਈ ਜਾ ਰਿਹਾ ਹੈ। ਜਿਹੜਾ ਸਾਡਾ ਅਚੇਤ ਮਨ ਹੈ, ਉਹ ਦੌੜ ਵਿੱਚ ਲੱਗਾ ਹੋਇਆ, ਉਹ 20-30 ਸਾਲ ਪੁਰਾਣੀ ਘਟਨਾ ਵੀ ਸਾਡੇ ਦਿਮਾਗ 'ਚ ਸੁੱਤੇ ਪਏ ਚੱਲਦੀ ਜਾ ਰਹੀ ਹੈ। ਜਾਨੀ ਕਿ ਜਿਸ ਨੂੰ ਅਸੀਂ ਅਚੇਤ ਤੇ ਸੁਚੇਤ ਮਨ ਦੋ ਹਿੱਸਿਆਂ 'ਚ ਵੰਡ ਲਿਆ ਨਾ, ਉਹ ਅਚੇਤ ਮਨ ਆਪਣਾ ਵਰਕ ਕਰੀ ਜਾਂਦਾ, ਉਹ ਮਾੜੇ ਖਿਆਲ ਵੀ ਉਸ ਵਿੱਚ ਆਈ ਜਾਂਦੇ ਨੇ। ਹੁਣ ਗੁਰੂ ਮਹਾਰਾਜ ਕਹਿੰਦੇ ਨੇ, ਕੋਈ ਐਸੀ ਸਮਾਧੀ ਵੀ ਹੈ, ਕੋਈ ਐਸੀ ਧੁਨ ਵੀ ਹੈ, ਲਗਨ ਵੀ ਹੈ, ਜਿਸ ਜਗ੍ਹਾ ਦੇ ਉੱਤੇ ਅਡੋਲ ਰਵੇ ਮਨ, ਭਾਵ ਵਿਕਾਰਾਂ ਵਿੱਚ ਵੀ ਨਾ ਡਿੱਗੇ। ਫੁਰਨੇ ਤੇ ਇਹਦੇ ਚਾਉਣੇ ਹੀ ਨੇ, ਹੈ ਹੀ ਫੁਰਨਿਆਂ ਦਾ ਘਰ, ਇਹ ਆਪਣਾ ਵਰਕ ਰੋਕ ਨਹੀਂ ਸਕਦਾ। ਕੁਦਰਤ ਨੇ ਇਹਦੀ ਡਿਊਟੀ ਲਾਈ ਹੈ। ਜਿਵੇਂ ਅੱਗ ਆਪਣਾ ਸੁਭਾਅ ਨਹੀਂ ਬਦਲਦੀ, ਹਵਾ ਆਪਣਾ ਉਹਦੇ ਵਿੱਚ ਗੁਣ ਹੈ, ਮਨ ਦਾ ਇਹ ਗੁਣ ਹੈ ਵੀ ਇਹ ਵਿਚਾਰਾਂ ਨੂੰ ਪੈਦਾ ਕਰਦਾ, ਵਿਚਾਰਾਂ ਨੂੰ ਗ੍ਰਹਿਣ ਕਰਦਾ ਹੈ। ਹੁਣ ਗੁਰੂ ਮਹਾਰਾਜ ਕਹਿੰਦੇ, ਨਿਚਰ ਝਰੈ ਸਹਜ ਧੁਨ ਲਾਗੈ। ਸਹਿਜ ਦਾ ਅਰਥ ਹੁੰਦਾ ਹੈ ਅਡੋਲ ਧੁਨ ਵਿੱਚ ਟਿਕ ਗਿਆ, ਭਾਵੇਂ ਹੁਣ ਵਿਕਾਰਾਂ 'ਚ ਡਾਵਾਂ ਡੋਲ ਨਹੀਂ ਹੁੰਦਾ, ਡਿੱਗਦਾ ਨਹੀਂ, ਬੁਰੇ ਪਾਸੇ ਨਹੀਂ ਜਾਂਦਾ, ਘਰ ਹੀ ਪਰਚਾ ਪਾਈਏ, ਆਪਣੇ ਅੰਦਰੋਂ ਹੀ ਸਾਂਝ ਪਾ ਲੈਂਦਾ ਹੈ ਰੱਬ ਨਾਲ। ਅਸੀਂ ਸੋਚਦੇ ਹਾਂ ਨਾ ਫਲਾਨੀ ਜਗ੍ਹਾ ਜਾਓ, ਉੱਥੇ ਰੱਬ ਨਾਲ ਬੜੀ ਸਾਂਝ ਬਣਦੀ ਹੈ। ਗੁਰੂ ਮਹਾਰਾਜ ਨੇ ਤਾਂ ਇਸ ਗੱਲ ਦਾ ਭਰਪੂਰ ਬਾਣੀ ਵਿੱਚ ਖੰਡਨ ਕਰ ਦਿੱਤਾ ਵੀ ਜੇ ਤੂੰ ਆਪਣੇ ਅੰਦਰੋਂ ਨਹੀਂ ਪਛਾਣਿਆ, ਤੇ ਇਹਦੀ ਤਾਂ ਕੋਈ ਗਰੰਟੀ ਨਹੀਂ ਕਿ ਉੱਥੇ ਜਾ ਕੇ, ਹੋਰ ਕਿਸੇ ਜਗ੍ਹਾ ਤੇ ਜਾ ਕੇ ਤੂੰ ਉਹਨੂੰ ਪਛਾਣ ਲਏਗਾ, ਜਾਣ ਲਏਗਾ। ਹਾਂ, ਇੱਕ ਮਨ ਅੰਦਰ ਭਰਮ ਹੈ ਜਿਹੜਾ ਤੂੰ ਪੂਰਾ ਕਰਨ ਜਾਣਾ ਹੈ, ਤੇ ਠੀਕ ਹੈ। ਪਰ ਇਸ ਵਾਸਤੇ ਗੁਰੂ ਪਾਤਸ਼ਾਹ ਕਹਿੰਦੇ, ਘਰ ਹੀ ਪਰਚਾ ਪਾਈਐ, ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਇਮ ਪਾਈਐ। ਅੰਜਨ ਦਾ ਅਰਥ ਹੁੰਦਾ ਹੈ ਕਾਲਖ, ਨਿਰੰਜਨ ਦਾ ਕਾਲਖ ਤੋਂ ਮੁਕਤ, ਮਾਇਆ 'ਚ ਰਹਿ ਕੇ ਮਨ ਨੂੰ ਮਾਇਆ ਤੋਂ ਮੁਕਤ ਰੱਖਣਾ। ਸਤਿਗੁਰੂ ਕਹਿੰਦੇ ਨੇ, ਇਹ ਹੈ ਜੋਗ ਜੁਗਤ ਇਮ ਪਾਈਐ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਨੂੰ ਬਾਣੀ ਵਿੱਚ ਇਉਂ ਵੀ ਫਰਮਾਉਂਦੇ ਨੇ, ਸੱਜਣ ਮਿਲੈ ਸੱਜਣਾ, ਸੱਚਾ ਸ਼ਬਦ ਸੁਭਾਏ। ਉਹ ਪਰਮ ਸੱਜਣ ਅਕਾਲ ਪੁਰਖ ਮਿੱਤਰ ਮੈਨੂੰ ਮਿਲ ਗਿਆ, ਗੁਰੂ ਦੇ ਉਪਦੇਸ਼ ਰਾਹੀਂ ਸੁਭਾਅ ਦੀ ਸਾਂਝ ਬਣਾ ਕੇ, ਸੰਸਕਾਰ ਗੁਣਾਂ ਦੀ ਸਾਂਝ ਬਣਾ ਕੇ, ਔਰ ਕਹਿੰਦੇ ਨੇ, ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਉਹਨੂੰ ਮੈਂ ਘਰ ਵਿੱਚੋਂ ਹੀ, ਹਿਰਦੇ ਦੇ ਵਿੱਚੋਂ ਹੀ ਉਸ ਨਾਲ ਮੈਂ ਆਪਣੀ ਸਾਂਝ ਬਣਾ ਲਈ, ਉਹਦੀ ਮੈਨੂੰ ਸੋਝੀ ਹੋ ਗਈ ਆਪਣੇ ਆਪ ਵਿੱਚੋਂ ਹੀ। ਤੋ ਇਸ ਤਰ੍ਹਾਂ ਗੁਰੂ ਪਾਤਸ਼ਾਹ ਇਸ ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕਈ ਥਾਈਂ ਇਸ ਰੂਪ ਵਿੱਚ ਆਈ ਹੈ। ਤੋ ਪਰਚਾ ਦਾ ਅਰਥ ਹੈ ਸਾਂਝ ਬਣਾਉਣੀ, ਸੋਝੀ ਹੋਣੀ, ਗਿਆਨ ਦਾ ਚਾਨਣ ਅੰਦਰ ਪਸਰ ਜਾਣਾ। ਤੋ ਗੁਰੂ ਮਹਾਰਾਜ ਇਸ ਪਾਵਨ ਬਚਨ ਵਿੱਚ ਵੀ ਕਬੀਰ ਸਾਹਿਬ ਕੁਝ ਐਸੇ ਭਾਵ ਦੀ ਗੱਲ ਕਹਿੰਦੇ ਹਨ। ਆਖਦੇ ਨੇ, ਸੱਸਾ ਸੋ ਨੀਕਾ ਕਰ ਸੋਧੋ।
ਸੋਧਨ ਦਾ ਅਰਥ ਹੁੰਦਾ ਹੈ ਵਿਚਾਰਨਾ, ਜਿਸ ਨੂੰ ਬਾਣੀ ਨੇ ਕਿਹਾ ਸਿਮਰਤ ਸ਼ਾਸਤਰ ਸੋਧੋ ਜਾਏ, ਭਾਵ ਤੁਸੀਂ ਵਿਚਾਰ ਕੇ ਵੇਖ ਲਓ। ਜੇ ਤੁਹਾਨੂੰ ਯਕੀਨ ਨਹੀਂ ਤੇ ਗਰੀਬ ਨਵਾਜ ਕਹਿੰਦੇ ਨੇ ਚੰਗੀ ਤਰ੍ਹਾਂ ਉਸ ਪ੍ਰਮਾਤਮਾ ਦੀ ਸੰਭਾਲ ਕਰੋ। ਨੀਕਾ ਦਾ ਅਰਥ ਹੈ ਚੰਗਾ, ਚੰਗੇ ਢੰਗ ਨਾਲ ਹੇ ਭਾਈ ਆਪਣੇ ਅੰਦਰ ਉਸ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰੋ, ਸੋਧੋ, ਉਸ ਦੀ ਵਿਚਾਰ ਕਰੋ ਆਪਣੇ ਮਨ ਅੰਦਰ। ਜੋ ਰੱਬੀ ਗੁਣ ਹਨ ਉਹਨਾਂ ਨੂੰ ਆਪਣੇ ਮਨ ਵਿੱਚ ਟਿਕਾਓ, ਉਹਨਾਂ ਦੀ ਸੰਭਾਲ ਕਰੋ। ਔਰ ਕਹਿੰਦੇ ਨੇ ਘਟ ਪਰਚਾ ਕੀ ਬਾਤ ਨਿਰੋਧੋ, ਘਟ ਹਿਰਦੇ ਦੇ ਵਿੱਚ ਹੀ ਉਸ ਰੱਬ ਨਾਲ ਸਾਂਝ ਬਣ ਜਾਏ। ਇਸ ਵਾਸਤੇ ਅਕਾਲ ਪੁਰਖ ਦੀ ਗੁਣਾਂ ਨਾਲ ਸਾਂਝ ਬਣਾਉਣ ਦੀ ਇਸ ਜੁਗਤ ਨੂੰ ਆਪਣੇ ਅੰਦਰ ਵਿਚਾਰਨ ਦੀ ਕੋਸ਼ਿਸ਼ ਕਰੋ। ਉਹ ਖਿਆਲ ਆਪਣੇ ਅੰਦਰ ਟਿਕਾਓ ਵੀ ਉਹਦੇ ਨਾਲ ਸਾਂਝ ਬਣ। ਨਿਰੋਧੋ ਦਾ ਅਰਥ ਹੁੰਦਾ ਰੋਕ ਕੇ ਰੱਖੋ, ਟਿਕਾ ਕੇ ਰੱਖੋ। ਉਹ ਵਿਚਾਰ ਆਪਣੇ ਅੰਦਰ ਟਿਕਾਉਣ ਦੀ ਕੋਸ਼ਿਸ਼ ਕਰੋ ਵੀ ਘਟ ਅੰਦਰ ਹੀ ਉਹਦੇ ਨਾਲ ਸਾਂਝ ਬਣ ਸਕੇ। ਹੁਣ ਇਹਦਾ ਭਾਵ ਹੈ ਵੀ ਉਹ ਉਪਦੇਸ਼ ਗੁਰੂ ਦਾ ਗ੍ਰਹਿਣ ਕਰੋ, ਜਿਸ ਉਪਦੇਸ਼ ਨੂੰ ਮਨ ਵਿੱਚ ਵਸਾ ਕੇ ਉਸ ਰੱਬ ਨਾਲ ਕਰਤੇ ਨਾਲ ਸਾਡੀ ਅੰਦਰੋਂ ਮਾਨਸਿਕ ਆਤਮਿਕ ਸਾਂਝ ਬਣੀ ਰਹੇ। ਤੇ ਇਹ ਸੰਭਵ ਨਹੀਂ ਬਿਨਾਂ ਗੁਰੂ ਦੇ ਉਪਦੇਸ਼ ਨੂੰ ਮਨ 'ਚ ਟਿਕਾਏ, ਗੁਰੂ ਦੇ ਬਚਨਾਂ ਨੂੰ ਮਨ ਵਿੱਚ ਰੋਕ ਕੇ ਰੱਖੇ ਬਿਨਾਂ, ਸਤਿਗੁਰੂ ਦੀ ਗੱਲ ਨੂੰ ਅੰਦਰ ਚਿਤਾਰਨ ਤੋਂ ਬਿਨਾਂ, ਚੇਤੇ ਵਿੱਚ ਰੱਖਣ ਤੋਂ ਬਿਨਾਂ ਇਹ ਗੱਲ ਸੰਭਵ ਨਹੀਂ। ਜਿਉਂ ਹੀ ਗੁਰੂ ਦੀ ਗੱਲ ਭੁੱਲ ਗਈ ਅਸੀਂ ਥਿੜਕ ਜਾਵਾਂਗੇ। ਜ਼ਰੂਰੀ ਹੈ ਨਾ, ਜਿਹੜੀ ਥਿਊਰੀ ਹੈ, ਜਿਹੜਾ ਤਰੀਕਾ ਹੈ, ਜਿਹੜੀ ਤਕਨੀਕ ਹੈ, ਜਿਹੜਾ ਜਦੋਂ ਸਾਨੂੰ ਰਸਤਾ ਹੀ ਭੁੱਲ ਜਾਏਗਾ ਤਾਂ ਅਸੀਂ ਮੰਜ਼ਿਲ ਤੇ ਨਹੀਂ ਨਾ ਪਹੁੰਚ ਸਕਾਂਗੇ। ਸੁਭਾਵਿਕ ਜਿਹੀ ਗੱਲ ਹੈ। ਮੰਨ ਲਵੋ ਸਾਨੂੰ ਐਡਰੈਸ ਦਿੱਤਾ ਗਿਆ ਕਿ ਤੁਸੀਂ ਇੱਥੇ ਪਹੁੰਚਣਾ ਹੈ, ਸਾਨੂੰ ਇਹ ਤੇ ਗੱਲ ਯਾਦ ਹੈ ਵੀ ਅਸੀਂ ਫਲਾਨੀ ਜਗ੍ਹਾ ਜਾਣਾ ਹੈ, ਪਰ ਰਸਤਾ ਨਹੀਂ ਪਤਾ। ਤੋ ਵਿਪਰੀਤ ਗੱਲ ਇਹ ਹੋਈ ਵੀ ਜਿਸ ਬੰਦੇ ਨੂੰ ਵੀ ਅਸੀਂ ਰਾਹ ਪੁੱਛਦੇ ਆ ਉਹ ਕਿਸੇ ਨਾ ਕਿਸੇ ਰਾਹ ਤੇ ਪਾ ਦਿੰਦਾ, ਫਿਰ ਅਸੀਂ ਅੱਧ ਕੁ ਵਿਚਾਲੇ ਖਲੋ ਜਾਂਦੇ ਆ ਵੀ ਗੱਲ ਬਣਦੀ ਨਹੀਂ ਦੀਦੀ, ਕਿਉਂਕਿ ਇਹ ਰਾਹ ਨਹੀਂ ਹੈ। ਪਹੁੰਚਦੇ ਅਸੀਂ ਕਿਤੇ ਨਹੀਂ, ਤੁਰਦੇ ਤੇ ਹਾਂ। ਗੁਰੂ ਨੇ ਜਿਹੜੀ ਸਾਨੂੰ ਰਸਤਾ, ਜਿਹੜੀ ਜੁਗਤ ਸਮਝਾਈ ਨਾ, ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ, ਉਹ ਰਸਤਾ ਚੇਤੇ 'ਚ ਦਿਮਾਗ 'ਚ ਰਹਿੰਦਾ ਤੇ ਬੜੀ ਛੇਤੀ ਤੇ ਸੁਭਾਵਕ ਹੀ ਅਸੀਂ ਆਪਣੀ ਮੰਜ਼ਿਲ ਉੱਤੇ ਪਹੁੰਚ ਸਕਦੇ ਸੀ। ਤਾਂ ਗੁਰੂ ਦਾ ਬਚਨ ਕੀ ਹੈ? ਉਹ ਰਾਹ ਜਿਸ ਰਾਹੀਂ ਅਸੀਂ ਸੱਚ ਤੱਕ ਪਹੁੰਚਣਾ ਹੈ। ਇਸ ਨੂੰ ਬਾਣੀ ਨੇ ਆਖਿਆ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਐ। ਗੁਰੂ ਦੇ ਹੁਕਮ ਨੂੰ ਮੰਨ ਲੈਣ ਨਾਲ ਉਸ ਨੂੰ ਪਾ ਲਈਦਾ ਹੈ। ਗੁਰੂ ਦੀ ਆਗਿਆ ਵਿੱਚ ਚੱਲਣ ਨਾਲ, ਗੁਰੂ ਅਨੁਸਾਰੀ ਹੋ ਕੇ, ਗੁਰੂ ਦੀ ਦਸੀ ਜੁਗਤ ਨੂੰ ਕਮਾ ਕੇ ਉਸ ਸੱਚ ਤੱਕ ਜੀਵ ਪਹੁੰਚ ਜਾਂਦਾ ਹੈ। ਤਾਂ ਫਿਰ ਅੰਦਰ ਉਹ ਚੀਜ਼ ਚਿਤਾਰਨੀ ਪਏਗੀ, ਵੇਖਣੀ ਪਏਗੀ, ਉਹਨੂੰ ਕਮਾਉਣਾ ਪਏਗਾ, ਉਹਦਾ ਧਿਆਨ ਕਰਨਾ ਪਏਗਾ, ਉਸ ਗੱਲ ਨੂੰ ਆਪਣੇ ਜੀਵਨ ਵਿੱਚ ਉਹ ਸੋਝੀ ਰੱਖਣੀ ਪਏਗੀ ਵੀ ਗੁਰੂ ਨੇ ਆਹ ਗੱਲ ਕਹੀ ਹੈ, ਇਸ ਨੂੰ ਮੰਨਣਾ ਹੈ। ਇਸ ਨੂੰ ਮੰਨ ਕੇ ਮੰਜ਼ਿਲ ਤੇ ਪਹੁੰਚਿਆ ਜਾ ਸਕਦਾ ਹੈ। ਤੂੰ ਘੱਟ ਅੰਦਰੋਂ ਹਿਰਦੇ ਚੋਂ ਸਾਂਝ ਵੀ ਤਦੋਂ ਬਣੇਗੀ ਜੇ ਗੁਰੂ ਦੀ ਗੱਲ ਯਾਦ ਹੈ। ਜੇ ਗੁਰੂ ਦੀ ਗੱਲ ਵਿਸਰ ਗਈ, ਉਸ ਗੱਲ ਨੂੰ ਅਸੀਂ ਅੰਦਰ ਟਿਕਾ ਕੇ ਨਾ ਰੱਖ ਸਕੇ, ਰੋਕ ਕੇ ਨਾ ਰੱਖ ਸਕੇ, ਤਾਂ ਕਹਾਣੀ ਅੱਗੇ ਨਹੀਂ ਚੱਲੇਗੀ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਘਟ ਪਰਚੈ ਜੋ ਉਪਜੈ ਭਾਉ। ਘਟ ਹਿਰਦੇ ਅੰਦਰ ਹੀ ਜਦੋਂ ਉਸ ਰੱਬ ਨਾਲ ਸਾਂਝ ਬਣ ਜਾਂਦੀ ਹੈ ਤਾਂ ਅੰਦਰ ਪ੍ਰੇਮ ਟਿਕ ਜਾਂਦਾ ਹੈ, ਰੱਬ ਨਾਲ ਪਿਆਰ ਬਣ ਜਾਂਦਾ ਹੈ। ਉਹ ਪਿਆਰ, ਉਹ ਮੁਹੱਬਤ ਜਿਸ ਵਿੱਚ ਅਸੀਂ ਫਿਰ ਜੀਣਾ ਸ਼ੁਰੂ ਕਰਦੇ ਹਾਂ। ਹੁਣ ਅਸੀਂ ਜੀਂਦੇ ਹਾਂ ਰਸਮ ਦੇ ਬੇਸ ਉੱਤੇ, ਰਿਵਾਜ, ਬਾਹਰ ਦੀਆਂ ਜੋ ਗੱਲਾਂ ਬਾਤਾਂ ਉਹਨਾਂ ਦੇ, ਇਹਨਾਂ ਤੋਂ ਇਸੇ ਕਰਕੇ ਮਨ ਅੱਕ ਜਾਂਦਾ ਹੈ। ਤੁਸੀਂ ਵੇਖਣਾ, ਬੰਦਾ ਪੂਰਾ ਜ਼ੋਰ ਲਾ ਦਿੰਦਾ ਧਾਰਮਿਕ ਰੱਬੀ ਰਸਮਾਂ ਨਿਭਾਉਣ ਦੇ ਉੱਤੇ, ਰਸਮ ਨਿਭਾਉਂਦਿਆਂ ਨਿਭਾਉਂਦਿਆਂ ਮਨ ਅੱਕ ਵੀ ਜਾਂਦਾ ਹੈ। ਛੱਡੋ ਪਰੇ, ਅੱਕੇਗਾ ਹੀ। ਬਿਨਾਂ ਪ੍ਰੇਮ ਤੋਂ ਨੇਮ ਨਿਭਦੇ ਨਹੀਂ ਹੁੰਦੇ। ਹਰ ਇੱਕ, ਇਹ ਬੜੀ ਪਿਆਰਾ ਕਥਨ ਹੈ। ਡਾਕਟਰ ਤਾਰਨ ਸਿੰਘ ਜੀ ਨੇ ਇੱਕ ਜਗ੍ਹਾ ਤੇ ਬੜੀ ਪਿਆਰੀ ਗੱਲ ਲਿਖੀ ਹੈ। ਕਹਿੰਦੇ ਵੀ ਕੋਈ ਵੀ ਨੇਮ ਹੈ ਉਹ ਪ੍ਰੇਮ ਪਾਉਣ ਵਾਸਤੇ ਹੈ, ਤੇ ਜੇ ਪ੍ਰੇਮ ਦੀ ਉਸ ਖੇਡ ਨੂੰ ਬੰਦਾ ਭੁੱਲ ਜਾਵੇ ਤੇ ਉਹ ਨੇਮ ਜਿਹੜੇ ਨੇ ਨਾ ਬੋਝ ਬਣ ਜਾਂਦੇ ਨੇ ਜੀਵਨ ਉੱਤੇ, ਫਿਰ ਉਹ ਚੁੱਕਣੇ ਔਖੇ ਹੋ ਜਾਂਦੇ ਨੇ। ਨੇਮ ਹੀ ਨੇਮ ਰਹਿ ਜਾਂਦਾ, ਬਾਕੀ ਕੱਖ ਹੁੰਦਾ ਨਹੀਂ ਉਹਦੇ ਵਿੱਚ। ਜੇ ਸਿੱਖ ਨੂੰ ਇਸ ਗੱਲ ਦਾ ਪਤਾ ਨਹੀਂ ਮੈਂ ਬਾਣੀ ਕਿਉਂ ਪੜ੍ਹ ਰਿਹਾ ਹਾਂ, 2 ਦਿਨ ਪੜ੍ਹਦੇ ਨੇ, ਤੀਜੇ ਦਿਨ ਛੱਡ ਦਿੰਦੇ ਨੇ। 2 ਦਿਨ ਤਾਂ ਇਵੇਂ ਲੱਗਦਾ ਵੀ ਇਹ ਹੁਣ ਸਾਰੀ ਉਮਰ ਨਿਭਾਉਣਗੇ ਗੱਲ ਜਿਸ ਤਰ੍ਹਾਂ ਸ਼ੁਰੂ ਕੀਤੀ ਹੈ, ਪਰ ਨਹੀਂ, ਛੁੱਟ ਜਾਂਦਾ ਹੈ ਕੰਮ। ਔਰ ਮੁਆਫ ਕਰ ਦੇਣਾ ਇਹ ਗੱਲ, ਕਿਉਂਕਿ ਸਾਡੇ ਜੀਵਨ ਨਾਲ ਸੰਬੰਧਤ ਹੈ, ਇਸ ਕਰਕੇ ਕਹਿਣੀ ਬਣਦੀ ਹੈ
ਬਹੁਤਾਤ ਸੱਜਣ ਐਸੇ ਵੀ ਹੁੰਦੇ ਨੇ, ਖੰਡੇ ਕੀ ਪੌਲ ਛਕ ਲੈਂਦੇ ਨੇ, ਥੋੜੇ ਕੁ ਚਿਰ ਬਾਅਦ ਬਸ ਫਿਰ ਪੇਸ਼ ਹੋ ਜਾਂਦੇ ਨੇ, ਜੀ ਹੁਣ ਛਕਾ ਦਿਓ, ਫਿਰ ਪੇਸ਼ ਹੋ ਗਿਆ, ਤੀਜੀ ਵਾਰ ਛਕਾ ਦਿਓ। ਕਿਉਂ? ਕਿਉਂਕਿ ਬਿਨਾਂ ਕਿਸੇ ਅੰਦਰ ਖਿੱਚ ਤੋਂ, ਜਗਿਆਸਾ ਤੋਂ ਉਹ ਨਿਭਾਉਣਾ ਚਾਹੁੰਦੇ ਨੇ, ਪਰ ਉਹਨਾਂ ਨੂੰ ਬੋਝ ਲੱਗਦੀ ਹੈ, ਭਾਰ ਲੱਗਦੀ, ਇਸ ਕਰਕੇ ਛੁੱਟ ਜਾਂਦੀ ਹੈ, ਨਹੀਂ ਚੁੱਕੀ ਜਾ ਸਕਦੀ, ਮਨ ਰਾਜੀ ਨਹੀਂ। ਉਹ ਬਾਰ-ਬਾਰ ਮਨ ਤੇ ਭਾਰ ਲੱਦਦੇ ਨੇ, ਮਨ ਸੁੱਟ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਗੱਲ ਬੜੀ, ਆਪ ਦੋਵਾਂ ਦੀ ਤੰਦ ਇੱਕ ਦੂਜੇ ਨਾਲ ਜੁੜੀ, ਨੇਮ ਦੀ ਤੇ ਪ੍ਰੇਮ ਦੀ, ਦੋਵਾਂ ਦੀ ਤੰਦ ਇੱਕ ਦੂਸਰੇ ਨਾਲ ਜੁੜੀ ਹੋਈ ਹੈ। ਦੋਵੇਂ ਇੱਕ ਦੂਜੇ ਨਾਲ ਬੜਾ ਡੂੰਘੀ ਸਾਂਝ ਰੱਖਦੇ ਹਨ। ਜਿਹੜੀ ਭਾਈ ਗੁਰਦਾਸ ਜੀ ਨੇ ਸਿੱਖ ਦੀ ਮਰਿਆਦਾ ਦਾ ਜ਼ਿਕਰ ਕੀਤਾ ਹੈ ਨਾ, ਵੀ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਾਰ ਨਵੰਦਾ, ਅੰਮ੍ਰਿਤ ਵੇਲੇ ਸਿਰ, ਭਾਵ ਸਵਖਤੇ ਉੱਠ ਕੇ ਸਮੇਂ ਦੀ ਸੰਭਾਲ ਕਰਦਾ ਹੈ। ਇਹ ਕੋ ਆਮ ਤਰਜ਼ੇ ਜ਼ਿੰਦਗੀ ਹੈ, ਇਹਨੂੰ ਕੋਈ ਐਵੇਂ ਨਾ ਸਮਝੇ ਵੀ ਮੈਂ ਸਾਰੀ ਰਾਤ ਜਾਗਦਾ ਰਿਹਾ ਤਾਂ ਮੈਂ ਕਿਵੇਂ ਕਰਾਂ, ਇਹ ਕੋਈ ਬੰਦੇਜ਼ ਨਹੀਂ, ਇਹ ਤਰਜ਼ੇ ਜ਼ਿੰਦਗੀ, ਜੀਵਨ ਢੰਗ ਦੀ ਗੱਲ ਭਾਈ ਸਾਹਿਬ ਕਰਦੇ ਨੇ, ਜੋ ਉਹਨਾਂ ਦੇ ਸਾਹਮਣੇ ਹੈ, ਭਾਵ ਇਹਦੇ ਵਿੱਚੋਂ ਅਸੀਂ ਸਮਝਣ। ਔਰ ਗੁਰ ਕੇ ਬਚਨ ਚਿਤਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰ ਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ, ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਚੇਲਾ ਗੁਰ ਸੰਦਾ, ਗੁਰਮੁਖ ਗਾਡੀ ਰਾਹ ਚਲਾਉਂਦਾ। ਭਾਈ ਸਾਹਿਬ ਇਹ ਦੱਸ ਰਹੇ ਨੇ ਵੀ ਸਿੱਖ ਦਾ ਜੀਵਨ ਜਿਹੜਾ ਹੈ ਉਹ ਕਿਸ ਢੰਗ ਦਾ ਹੈ। ਉਹਦੇ ਵਿੱਚ ਉਹਨਾਂ ਕੁਝ ਗੱਲਾਂ ਜਿਹੜੀਆਂ ਮੈਂਸ਼ਨ ਕੀਤੀਆਂ ਨੇ, ਜੋੜੀਆਂ ਨੇ। ਇੱਕ ਇਹ ਵੀ ਸਿੱਖ ਜਿਹੜਾ ਹੈ ਉਹ ਸਤ ਸੰਗਤ ਦਾ ਆਹਰ ਕਰਦਾ ਹੈ, ਤਾਂ ਕਿ ਉਹ ਗੁਰਬਾਣੀ ਦੀ ਸੋਝੀ ਨਾਲ ਜੁੜਿਆ ਰਹਿ ਸਕੇ, ਅਪ ਟੂ ਡੇਟ ਹੋ ਸਕੇ, ਗੁਰੂ ਦੇ ਬਚਨ ਨੂੰ ਆਪਣੇ ਜੀਵਨ ਵਿੱਚ ਵਸਾਉਣ ਵਾਸਤੇ ਬਾਣੀ ਦੀ ਸਮਝ ਲੈ ਸਕੇ। ਦੂਸਰੀ ਗੱਲ, ਉਹ ਗੁਰਬਾਣੀ ਨੂੰ ਬੜੇ ਸੁਣਦਾ ਤੇ ਹੈ, ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਪਿਆਰ ਨਾਲ ਸੁਣਦਾ, ਭਾਵ ਬਿਨਾਂ ਪਿਆਰ ਤੋਂ ਇਹ ਕੰਮ ਹੋ ਨਹੀਂ ਸਕਦਾ, ਨਹੀਂ ਨਾ ਹੁੰਦਾ। ਸਹਿਜ ਪਾਠ ਵੀ ਰੱਖਿਆ ਹੋਵੇ ਕੋਈ ਨਹੀਂ ਬਹਿੰਦਾ। ਅਸੀਂ ਇਹ ਵੀ ਵੇਖਦੇ ਹਾਂ, ਕਿਸੇ ਨੂੰ ਪ੍ਰੇਰਣਾ ਕਰੋ ਨਾ ਵੀ ਤੁਸੀਂ ਸਹਿਜ ਪਾਠ ਆਰੰਭ ਕਰਾਓ ਵੀ ਸੁਣ ਲਓਗੇ, ਨਹੀਂ ਸੁਣਦੇ, ਕਿਉਂਕਿ ਅੰਦਰ ਕੋਈ ਇੱਛਾ ਹੋਵੇ ਤੇ ਗੱਲ ਬਣੇ ਨਾ। ਤੋ ਇਹ ਇੱਕ ਭਾਵ ਹੈ। ਪਾਠ ਅਸੀਂ ਆਪ ਵੀ ਕਰ ਰਹੇ ਹੋਈਏ ਤਾਂ ਵੀ ਸਾਡੀ ਬਹੁਤੀ ਦਸ਼ਾ ਕੀ ਹੁੰਦੀ ਹੈ ਵੀ ਛੇਤੀ 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 ਸਮਾਪਤੀ ਹੋ ਜਾਏ। ਘੜੀ ਵੱਲ ਵੇਂਦਿਆਂ ਵੇਂਦਿਆਂ ਕੰਮ ਖਤਮ ਕਰਨ ਵਾਲੀ ਇੱਛਾ ਮਨ ਅੰਦਰ ਬਣੀ ਰਹੀ, ਕਿਉਂਕਿ ਮਨ ਦਾ ਲਗਾਵ ਕੋਈ ਨਹੀਂ, ਮਨ ਚ ਪ੍ਰੇਮ ਕੋਈ ਨਹੀਂ। ਨੇਮ ਤੇ ਨਿਭਰੇ, ਬਿਨਾਂ ਪ੍ਰੇਮ ਤੋਂ ਨਿਭਰੇ ਤੋਂ ਬੋਝ ਲੱਗਦਾ ਹੈ, ਭਾਰ ਲੱਗਦਾ ਹੈ, ਛੇਤੀ ਛੇਤੀ ਨਿਬੇੜ ਦੇਣ ਵਾਲੇ ਪਾਸੇ ਮਨ ਦਾ ਸੁਭਾਅ ਬਣ ਜਾਂਦਾ ਹੈ। ਇਹ ਮਨ ਦੇ ਸੁਭਾਅ ਨੇ ਜਿਨ੍ਹਾਂ ਨੂੰ ਅਸੀਂ ਸਮਝਣਾ ਹੈ, ਕਿਉਂਕਿ ਅਸੀਂ ਇਸ ਜਗ੍ਹਾ ਦੇ ਉੱਤੇ ਬੈਠੇ ਹੀ ਆਪਣੇ ਆਪ ਨੂੰ ਗੁਰੂ ਦੇ ਬਚਨਾਂ ਦੀ ਰੋਸ਼ਨੀ ਵਿੱਚ ਸੁਲਝਾਉਣ ਵਾਸਤੇ ਹਾਂ, ਵੀ ਸਾਡੇ 'ਚ ਜਿਹੜੀ ਵੀ ਉਲਝਣ ਹੈ ਗੁਰੂ ਦੇ ਬਚਨ ਰਾਹੀਂ ਅਸੀਂ ਉਹਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਸਕੀਏ। ਤਾਂ ਗੁਰੂ ਪਾਤਸ਼ਾਹ ਮਹਾਰਾਜ ਕੀ ਬਚਨ ਕਰਦੇ ਨੇ ਬਾਣੀ ਦੇ ਅੰਦਰ, ਵੀ ਇਸ ਤਰ੍ਹਾਂ ਦੀ ਜਿਹੜੀ ਉਲਝਣ ਹੈ ਉਹਨੂੰ ਕਿਵੇਂ ਸੁਲਝਾਵਾਂਗੇ ਅਸੀਂ, ਕਿਵੇਂ ਸਾਡੇ ਮਨ ਨੂੰ ਸੋਝੀ ਆਏਗੀ। ਤਾਂ ਭਾਈ ਸਾਹਿਬ ਨੇ ਤੀਸਰਾ ਬਚਨ ਕਿਹਾ ਵੀ ਸਿੱਖ ਧਰਮ ਦੀ ਕਿਰਤ ਕਰਦਾ ਹੈ, ਧਰਮ ਦੀ ਕਿਰਤ ਵਿੱਚੋਂ ਹੀ ਉਹ ਸੇਵਾ ਕਰਦਾ ਹੈ, ਯਾਨੀ ਕਿ ਉਹਦੀ ਸੇਵਾ ਧਰਮ ਦੀ ਕਿਰਤ ਵਿੱਚੋਂ ਕਿਸੇ ਦਾ ਭਲਾ ਕਰਨਾ, ਇਹ ਉਹਦੀ ਭਗਤੀ ਵੀ ਹੈ, ਇਹ ਉਹਦਾ ਤਪ ਵੀ ਹੈ, ਇਹ ਉਹਦਾ ਧਰਮ ਕਰਮ ਵੀ ਹੈ, ਤੇ ਇਹ ਉਹਦੀ ਗੁਰੂ ਦੇ ਪ੍ਰਤੀ ਸਮਰਪਣ ਭਾਵਨਾ ਤੇ ਸਿਦਕ ਦਿਲੀ ਵੀ ਹੈ। ਸਿੱਖ ਦਾ ਸਾਰਾ ਕੁਝ ਇੰਨੀਆਂ ਗੱਲਾਂ 'ਚ ਹੀ ਆ ਜਾਂਦਾ ਹੈ। ਉਹਨੂੰ ਨਾ ਤੀਰਥ ਤੇ ਜਾਣ ਦੀ ਲੋੜ ਹੈ, ਨਾ ਉਹਨੂੰ ਕਿਸੇ ਜਗ੍ਹਾ ਤੇ ਜਲ ਧਾਰੇ ਤਪ ਤਪੱਸਿਆ ਕਰਨ ਦੀ, ਨਾ ਤਿਆਗ ਕਰਨ ਦੀ, ਨਾ ਦੁਨੀਆ ਦੇ ਕਰਮ, ਕਿਸੇ ਵੀ ਚੀਜ਼ ਦੀ ਲੋੜ ਨਹੀਂ। ਬਸ ਆ 3-4 ਕਰਮਾਂ 'ਚ ਸਿੱਖ ਦੀ ਸਾਰੀ ਜ਼ਿੰਦਗੀ ਭਰੀ ਪਈ ਹੈ। ਗੁਰਮਤ ਨੂੰ ਜੀਣ ਵਾਸਤੇ ਉਹ ਸਤ ਸੰਗਤ ਦਾ ਤੇ ਗੁਰਬਾਣੀ ਦਾ, 2 ਚੀਜ਼ਾਂ ਦਾ ਆਸਰਾ ਤੱਕਦਾ। ਉਹਦੀ ਪ੍ਰੈਕਟਿਸ ਉਹ ਧਰਮ ਦੀ ਕਿਰਤ ਕਰਕੇ ਕਰਦਾ ਹੈ ਤੇ ਮਨੁੱਖਤਾ ਦੀ ਸੇਵਾ ਕਰਕੇ ਕਰਦਾ ਹੈ। ਇਹ 4 ਕਰਮ ਨੇ ਜਿਹੜੇ ਸਿੱਖ ਦੀ ਜ਼ਿੰਦਗੀ ਨੂੰ 4 ਚੰਨ ਲਾਉਂਦੇ ਨੇ, ਔਰ ਇਹ 4 ਕਰਮਾਂ ਦੇ ਵਿੱਚ ਹੀ ਸਿੱਖ ਦੇ ਜੀਵਨ ਦੀ ਸਾਰੀ ਫਿਲਾਸਫੀ ਭਰੀ ਪਈ ਹੈ। ਹੋਰ ਉਹਨੂੰ ਕਿਸੇ ਧਰਮ ਕਰਮ ਦੀ ਲੋੜ ਨਹੀਂ। ਜਦੋਂ ਉਹਦੀ ਕਿਰਤ ਵਿੱਚ ਪਾਪ ਨਹੀਂ, ਉਹਨੇ ਲੋੜਵੰਦ ਦੀ ਸੇਵਾ ਵੀ ਨਾਲ ਕਰੀ ਜਾਣੀ ਹੈ। ਸਤ ਸੰਗ ਵਿੱਚ ਆ ਕੇ ਗੁਰਬਾਣੀ ਦੇ ਰਾਹੀਂ ਉਹਨੇ ਉਸ ਕਰਤੇ ਦੇ ਗੁਣ ਵੀ ਗਾਉਣੇ ਨੇ, ਤੇ ਮਨ ਨੂੰ ਵੀ ਸੁਧਾਰਨ ਵਾਸਤੇ ਆਹਰ ਤੇ ਯਤਨ ਵਿੱਚ ਲੱਗਦੇ ਰਹਿਣਾ ਹੈ। ਸਾਰੀ ਦੀ ਸਾਰੀ ਕਮਾਈ ਉਹਦੀ ਇੱਥੇ ਹੈ। ਇਹਨੂੰ ਕਹੇ ਭਾਈ ਸਾਹਿਬ ਨੇ ਗੁਰਮੁਖ ਗਾਡੀ ਰਾਹ ਚਲਾਉਂਦਾ, ਸੌਖਾ ਰਸਤਾ, ਬੜਾ ਸਿੰਪਲ ਰਸਤਾ,
ਸੌਖੇ ਢੰਗ ਨਾਲ ਜਿਸ ਉੱਤੇ ਤੁਰਿਆ ਜਾ ਸਕਦਾ ਹੈ, ਜਿਸ ਦੀ ਹਰ ਕੋਈ ਮਨੁੱਖ ਕਮਾਈ ਕਰ ਸਕਦਾ ਹੈ, ਨਾ ਕਿਸੇ ਨੂੰ ਘਰ ਤੋਂ ਦੂਰ ਰਹਿਣ ਦੀ ਲੋੜ ਪਈ ਤੇ ਨਾ ਕੁਝ ਛੱਡਣ ਤਿਆਗਣ ਦੀ ਲੋੜ ਪਈ। ਬਸ ਇੱਥੇ ਬਾਣੀ ਦੇ ਰਾਹੀਂ ਮਨ ਦੀਆਂ ਉਲਝਣਾਂ ਸੁਲਝਦੀਆਂ ਗਈਆਂ ਤੇ ਆਪ ਹੀ ਔਗਣ ਛੁੱਟਦੇ ਗਏ। ਮਨੁੱਖ ਦਾ ਜੀਵਨ ਆਪ ਹੀ ਗੁਰੂ ਦੇ ਬਚਨ ਰਾਹੀਂ ਸੁਧਰਦਾ ਗਿਆ, ਸੁਚੱਜਾ ਤੇ ਸਚਿਆਰਾ ਬਣਦਾ ਗਿਆ। ਇਹ ਹੈ ਭਾਈ ਸਾਹਿਬ ਜੀ ਦੇ ਆਪਣੇ ਖਿਆਲ, ਜਿਹੜੇ ਉਹਨਾਂ ਨੇ ਗੁਰਮਤ ਦੇ ਮੁਤਾਬਕ ਸਿੱਖ ਦੀ ਜ਼ਿੰਦਗੀ ਜਿਹੜੀ ਹੈ ਉਹ ਕਿੰਨੀ ਸੌਖੀ ਹੈ, ਕਿੰਨੀ ਸਾਦੀ ਹੈ, ਔਰ ਕਿੰਨੇ ਸੋਹਣੇ ਢੰਗ ਨਾਲ ਸਿੱਖ ਆਪਣਾ ਜੀਵਨ ਜਿਉਂਦਿਆਂ ਹੋਇਆਂ ਕਿਰਤਕਾਰ ਘਰ ਪਰਿਵਾਰ ਦੇ ਵਿੱਚ ਰਹਿ ਕੇ ਵੀ ਉਹ ਧਰਮੀ ਤੇ ਸੱਚ ਨਾਲ ਜੁੜ ਕੇ ਉਹ ਸਚਿਆਰਾ ਤੇ ਗੁਰੂ ਦੇ ਨਾਲ ਜੁੜਿਆ ਹੋਇਆ ਉਸ ਸਿੱਖੀ ਨੂੰ ਕਮਾਉਂਦਾ ਰਹਿੰਦਾ ਹੈ। ਭਾਈ ਸਾਹਿਬ ਨੇ ਇਸ ਸੌਖੇ ਰਾਹ ਦੀ ਗੱਲ ਇਸ ਪੌੜੀ ਦੇ ਵਿੱਚ ਸਮਝਾ ਦਿੱਤੀ। ਪਰ ਇਹਦੇ ਵਿੱਚ ਇੱਕ ਨੁਕਤਾ ਜਿਹੜਾ ਸਮਝਣ ਵਾਲਾ ਹੈ ਵੀ ਸਿੱਖ ਨੇ ਸਾਰੇ ਕਰਮ ਕਿਸ ਆਧਾਰ ਉੱਤੇ ਕੀਤੇ? ਗੁਰੂ ਦੇ ਪ੍ਰਤੀ ਪਿਆਰ ਰੱਖ ਕੇ। ਨਹੀਂ ਤਾਂ ਇਹ ਨੇਮ ਬੋਝ ਵੀ ਬਣ ਸਕਦੇ ਨੇ, ਭਾਵੇਂ ਹੁੰਦੇ ਸਾਡੇ ਲਈ ਚੰਗੇ ਨੇ ਪਰ ਬੋਝ ਹੁੰਦੇ ਨੇ। ਇਸ ਵਾਸਤੇ ਜਿੰਨਾ ਚਿਰ ਸਿੱਖ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਹੈ, ਸਮਰਪਣ ਭਾਵ ਹੈ, ਇਹ ਕੰਮ ਉਹ ਮਿੱਠੇ ਕਰਕੇ ਜਾਣਦਾ ਹੈ ਵੀ ਇਹ ਮੇਰੇ ਗੁਰੂ ਦਾ ਹੁਕਮ ਹੈ ਤਾਂ ਮੈਂ ਕਰਨਾ ਹੀ ਕਰਨਾ ਹੈ। ਉਹਦੇ ਚ ਉਹਨੂੰ ਸਵਾਦ ਆਉਂਦਾ, ਉਹਨੂੰ ਲੱਗਦਾ ਵੀ ਇਹਦੇ ਨਾਲ ਗੁਰੂ ਦਾ ਮੇਰੇ ਉੱਤੇ ਪਿਆਰ ਵਰਸ ਰਿਹਾ ਹੈ, ਇਹਦੇ ਨਾਲ ਗੁਰੂ ਦੀ ਮੇਰੇ ਉੱਤੇ ਰਹਿਮਤ ਹੋ ਰਹੀ ਹੈ, ਇਸ ਨਾਲ ਗੁਰੂ ਦੀ ਬਖਸ਼ਿਸ਼ ਮੇਰੇ ਜੀਵਨ ਉੱਤੇ ਹੋ ਰਹੀ ਹੈ। ਉਹ ਜਦੋਂ ਅੰਦਰੋਂ ਇਹੋ ਜਿਹਾ ਤਾਲਮੇਲ ਬਣਾ ਕੇ ਚੱਲਦਾ ਨਾ ਗੁਰੂ ਦੇ ਨਾਲ, ਤੇ ਬਾਣੀ ਪੜ੍ਹਨੀ, ਸੇਵਾ ਕਰਨੀ, ਧਰਮ ਦੀ ਕਿਰਤ ਕਰਨੀ, ਆਪਣੀ ਮਰਿਆਦਾ ਤੇ ਦਾਇਰੇ 'ਚ ਉਹਨੂੰ ਬੋਝ ਨਹੀਂ ਲੱਗਦਾ। ਤੇ ਜਦੋਂ ਹੀ ਅੰਦਰੋਂ ਇਹ ਸਪਿਰਿਟ ਮੁੱਕ ਗਈ, ਸਾਰਾ ਕੁਝ ਬੋਝ ਲੱਗੇਗਾ। ਜਦੋਂ ਅੰਦਰੋਂ ਸਪਿਰਿਟ ਮੁੱਕ ਗਈ ਨਾ, ਇਹ ਸਾਰਾ ਕੁਝ ਬੋਝ ਹੈ। ਇਸ ਵਾਸਤੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਇਸ ਨੁਕਤੇ ਨੂੰ ਅਸੀਂ ਬੜੇ ਧਿਆਨ ਨਾਲ ਸਮਝਣਾ ਹੈ। ਜਿੱਥੇ ਕਬੀਰ ਸਾਹਿਬ ਜੀ ਨੇ ਇੱਕ ਬਚਨ ਕੀਤਾ ਵੀ ਤੁਸੀਂ ਕਦੇ ਕਿਸੇ ਫਲਦਾਰ ਬੂਟੇ ਨੂੰ ਪਹਿਲੋਂ ਵੇਖੋ ਵੀ ਬੂਰ ਜਾਂ ਫੁੱਲ ਲੱਗਦੇ ਨੇ, ਉਹੀ ਫੁੱਲ ਬਾਅਦ ਵਿੱਚ ਫਲ ਬਣ ਜਾਂਦੇ ਨੇ। ਭਾਈ ਸਾਹਿਬ ਇਸੇ ਤਰ੍ਹਾਂ ਭਾਈ ਸਾਹਿਬ ਨੇ ਜਿਹੜੀ ਗੱਲ ਕਹੀ, ਅਸੀਂ ਉਹਨੂੰ ਹੁਣ ਬਾਣੀ ਦੀ ਰੋਸ਼ਨੀ 'ਚ ਵੇਖੀਏ। ਕਬੀਰ ਸਾਹਿਬ ਨੇ ਆਖਿਆ ਵੀ ਜਿਵੇਂ ਉਹ ਫੁੱਲ ਫਲ ਬਣ ਗਏ, ਇਸੇ ਤਰ੍ਹਾਂ ਕਰਮ ਜਿਹੜਾ ਹੈ ਉਹ ਆਤਮ ਗਿਆਨ ਦਾ ਚਾਨਣ ਦੇਣ ਵਾਸਤੇ ਇੱਕ ਸਾਧਨ ਮਾਤਰ ਹੈ। ਇਹ ਸਮਝ ਲੈਣਾ ਕਿ ਕਰਮ ਕਰਦਿਆਂ ਤੁਸੀਂ ਆਪਣੀ ਮੰਜ਼ਿਲ ਨਹੀਂ ਭੁੱਲਣੀ ਵੀ ਮੈਂ ਕਾਹਦੇ ਲਈ ਕਰ ਰਿਹਾ, ਮੈਂ ਇਹਦੇ ਵਿੱਚੋਂ ਕੀ ਲੈਣਾ ਹੈ, ਕੀ ਪ੍ਰਾਪਤੀ ਕਰਨੀ ਹੈ। ਜਦੋਂ ਉਹ ਚੀਜ਼ ਚੇਤੇ ਵਿੱਚ ਰਹੀ, ਤੁਸੀਂ ਰਸਤੇ ਤੋਂ ਇੱਧਰ ਉੱਧਰ ਨਹੀਂ ਹੋਵੋਗੇ, ਤੁਸੀਂ ਆਪਣੀ ਸੇਧ ਉੱਤੇ ਤੁਰਦੇ ਜਾਓਗੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਦਾ ਇਹ ਬਚਨ ਹੈ, ਖਿਮਾ ਕਰਨਾ, ਜਿਸ ਵਿੱਚ ਉਹਨਾਂ ਨੇ ਆਖਿਆ ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮੈ ਨਾਸ਼। ਆਤਮ ਗਿਆਨ ਦੀ ਪ੍ਰਾਪਤੀ ਲਈ, ਰੱਬ ਨਾਲ ਡੂੰਘੀ ਸਾਂਝ ਬਣਾਉਣ ਲਈ, ਸੱਚ ਵਿੱਚ ਅਭੇਦ ਹੋਣ ਲਈ ਗੁਰੂ ਦੇ ਦੱਸੇ ਹੋਏ ਕਰਮ ਦਾ ਅਸੀਂ ਅਭਿਆਸ ਕਰਦੇ ਹਾਂ, ਪ੍ਰੈਕਟਿਸ। ਜਦੋਂ ਸਾਡੇ ਅੰਦਰ ਆਤਮ ਗਿਆਨ ਪੈਦਾ ਹੁੰਦਾ ਜਾਂਦਾ ਹੈ ਤਾਂ ਉਹ ਕਰਮ ਦੀ ਸਾਨੂੰ ਸੋਝੀ ਆਉਂਦੀ ਜਾਂਦੀ ਵੀ ਇਹ ਕਰਮ ਤੇ ਸਾਧਨ ਹੈ, ਤਕਨੀਕ ਹੈ, ਜੁਗਤ ਹੈ। ਪਰ ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖ ਲੈਣੀ, ਕੋਈ ਵੀ ਤਕਨੀਕ ਨੂੰ ਜਿਹਨੂੰ ਸੋਝੀ ਆ ਜਾਏ ਨਾ, ਉਹ ਤਕਨੀਕ ਨੂੰ ਨਕਾਰਦਾ ਨਹੀਂ। ਨਕਾਰਦਾ ਹੀ ਹੋਏ ਜਿਹਨੂੰ ਪਤਾ ਹੀ ਕੱਖ ਨਹੀਂ ਵੀ ਇਹ ਤਕਨੀਕ ਕਾਹਦੇ ਵਾਸਤੇ ਹੈ। ਇਹਦਾ ਮਤਲਬ ਇਹ ਨਹੀਂ ਵੀ ਜੇ ਗਿਆਨ ਦਾ ਪ੍ਰਕਾਸ਼ ਹੋ ਗਿਆ ਤਕਨੀਕ ਨੂੰ ਨਕਾਰ ਦਿਓ। ਜੇ ਮੇਰੀ ਸਾਂਝ ਗੁਰੂ ਨਾਲ ਜਾਂ ਰੱਬ ਨਾਲ ਜੁੜ ਗਈ ਤੇ ਮੈਂ ਆਖਾਂ ਸਤਸੰਗ ਦਾ ਕੋਈ ਫਾਇਦਾ ਨਹੀਂ, ਇਹ ਗੱਲ ਕਰਦਾ ਹੀ ਉਹ ਬੰਦਾ ਹੈ ਜਿਸ ਨੂੰ ਸੋਝੀ ਹੋਈ ਹੀ ਨਹੀਂ, ਜਿਸ ਨੇ ਕੁਝ ਪਾਇਆ ਹੀ ਨਹੀਂ। ਜਾਂ ਮੈਂ ਕਹਿਣ ਲੱਗ ਪਾਵਾਂ ਬਾਣੀ ਪੜ੍ਹਨ ਦਾ ਕੋਈ ਲਾਭ ਹੀ ਨਹੀਂ, ਇਹਦਾ ਮਤਲਬ ਹੈ ਮੈਨੂੰ ਨਾ ਤਕਨੀਕ ਦਾ ਗਿਆਨ ਹੈ ਤੇ ਨਾ ਅਜੇ ਆਤਮ ਗਿਆਨ ਮੇਰੇ ਅੰਦਰ ਪੈਦਾ ਹੋਇਆ। ਕਿਉਂਕਿ ਜਿੱਥੇ ਜਾ ਕੇ ਸਾਂਝ ਬਣ ਗਈ ਨਾ, ਉੱਥੇ ਸਗੋਂ ਇਸ ਕਰਮ ਦਾ ਹੋਰ ਜ਼ਿਆਦਾ ਪਿਆਰ ਮਨ 'ਚ ਪੈਦਾ ਹੁੰਦਾ ਜਾਣਾ ਵੀ ਇਹ ਜ਼ਰੂਰੀ ਹੈ। ਬੰਦਾ ਦੂਸਰਿਆਂ ਨੂੰ ਉਦਾਹਰਣ ਦਿੰਦਾ ਵੀ ਅਸੀਂ ਇੱਕ ਆਰਜੀ ਪੌੜੀ ਲਾ ਕੇ ਜਦੋਂ ਕੋਠੇ ਦੀ ਛੱਤ ਉੱਤੇ ਚਲੇ ਜਾਂਦੇ ਹਾਂ ਤੇ ਕੋਠੇ ਦੀ ਛੱਤ ਤੇ ਜਾ ਕੇ ਪੌੜੀ ਨੂੰ ਧੱਕਾ ਮਾਰ ਕੇ ਸੁੱਟ ਦਈਦਾ, ਮਗਰ ਵੀ ਤਾਂ ਆਉਣ ਵਾਲੇ ਲੋਕ ਹੋਰ ਵੀ ਤਾਂ ਹੋਣਗੇ ਨਾ ਜਿਨ੍ਹਾਂ ਨੇ ਉਸ ਛੱਤ ਤੇ ਚੜ੍ਹਨਾ ਹੈ। ਉਹਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਕਬੀਰ ਸਾਹਿਬ ਕਰਮ ਨਾਸ਼ ਉੱਥੇ ਸ਼ਬਦ ਵਰਤ, ਗਿਆਨ ਭਇਆ ਤੈਂ ਕਰਮੈ ਨਾਸ਼ ਦਾ ਮਤਲਬ ਹੈ ਉੱਥੇ ਕਰਮ ਦਾ ਬਲ ਘਟ ਜਾਂਦਾ ਹੈ, ਉੱਥੇ ਫਿਰ ਬਖਸ਼ਿਸ਼ ਦਾ ਦਰ ਖੁੱਲ ਜਾਂਦਾ ਹੈ। ਉੱਥੇ ਤਕਨੀਕ ਤੇ ਜੁਗਤ ਹਾਵੀ ਨਹੀਂ, ਹੁਣ ਉਸ ਜਗ੍ਹਾ ਦੇ ਉੱਤੇ ਰੱਬ ਦੀ ਮਿਹਰ ਤੇ ਬਖਸ਼ਿਸ਼ ਹਾਵੀ ਹੈ, ਉਹਦਾ ਪਿਆਰ ਹਾਵੀ ਹੈ, ਆਤਮ ਪ੍ਰਕਾਸ਼ ਹਾਵੀ ਹੈ। ਇਹ ਹੈ ਜੁਗਤ ਤਰੀਕਾ। ਵੀ ਜਦੋਂ ਅਸੀਂ ਮੰਜ਼ਿਲ ਤੇ ਪਹੁੰਚ ਗਏ ਹਾਂ, ਪਹੁੰਚੇ ਤੇ ਰਸਤੇ ਰਾਹੀਂ ਚੱਲ ਕੇ ਆ ਨਾ,
पर जदों मंजिल मिल गई तो पैंडा मुक गया। इस वास्ते गुरु ग्रंथ साहब महाराज ने जदों नेम की गल की तो उत्थे भी समझाया भी ये नेम क्यों है। ते नेम प्रेम जोड़न वास्ते है, पर प्रेम का कुछ मादा पहलों जीवन में रखना पैंदा ताकि नेम निभाउण विच सौख हुंदी रहे, नेम बोझ ना बन जाए, गुरु के हुक्म नूं मनना औखा ना लगे। इस वास्ते सिख ने अपने जीवन अंदर भाई साहब के बचनों मुताबक प्रीत प्यार वो स्पिरिट जरूर पालनी है कि वह गुरु नूं समर्पित होवे और गुरु की होंद दे प्यार के एहसास विच ही वो सारे कर्म करे। ਉਹਦਾ कोई भी कर्म ਨੂੰ बोझ नहीं लगेगा, वो हर कर्म गुरु ਨੂੰ समर्पण होके करेगा भी मेरे गुरु का हुक्म है, मैं अपने गुरु के प्यार विच कर रहा हाँ, भावें थोड़ा करा ते भावें बहुता करा, जिन्ना भी करदा हाँ उस ओदी खुशी लई करदा, ओदी बख्शिश लई करदा, ओदी रहमत लई करदा हाँ। तो भावें मैं बाणी थोड़ी पढ़ा जां ज्यादा पढ़ा, ये मेरी अपनी गल है, ये थोपी नहीं जा सकती। पर जिन्नी भी पढ़दा ये जान के भी मैं ओदी बख्शिश का पात्र बन लई ओदी बाणी नाल सांझ बनाई बैठा हाँ। मैं कोई दौड़ विच नहीं, मैं कोई रिकॉर्ड कायम नहीं करन जा रहा, मैं किसी नूं नहीं दस रहा कि मैं क्यों पढ़ रहा, किस तरह पढ़ा, मैनूं किसी जुगत का मतलब नहीं। बाणी का एक वचन है, हर आराध न जाना रे, हर हर गुर गुर करता रे हर जियो, नाम परियो रामदास। गुरु रामदास महाराज का वचन है, कहते मैनू नहीं पता, लोग बड़ियां गल्लां दसदे ने एवें जपो एवें करो एवें, कहते हर आराध ना जाना, मैनू नहीं पता इन्नियां जुगतां, पर मैं तो इन्ना है भी मेरे अंदरों जदों होब उठदी है तो मैं हर हर गुर गुर करता रे, तैनूं आवाज़ मार लेना, तैनूं याद कर लेना, मेरा ही याद करना, मैनू नहीं पता किसी की जुगत के सच्चे च फिट हुंदा है कि नहीं हुंदा। लोगों ने अपनी अपनी जुगत बनाई है, पता नहीं है किसी दे फिट हुंदा है कि नहीं हुंदा। मैनू तो बड़े सधारण ढंग नाल जिवें भुखा रोटी कहंदा है, प्यासा पानी कहंदा है, बच्चा मां नूं आवाज़ मारदा है, मैं तो इहो जी होब नाल तैनूं याद करदा अपना मां बाप समझ के। मैनू नहीं पता मेरी ये गल किसी की जुगत च फिट हुंदी है, मर्यादा च हुंदी है कि नहीं हुंदी, पर मेरा तरीका इहो ही है, हर जियो नाम परियो रामदास। ये वाहिगुरू जी है, मेरी आ गल सुन के ना, आ गल वेख के, आ मेरा सुभाव जदों लोकां सामने आउंदा है ते लोग कहंदे रब दा बंदा है, लोगों ने मैनू तेरे नाल जोड़ दिता है। ते अगली गल ये कही, कहंदे भी हुण तू ही मेरी इज्जत रखण वाला है, लोग मैनू हुण तेरा आखण लग पए ने, ये रब दा बंदा है। हर जियो नाम परियो रामदास, यानी कि ये जीवन की भावना के उत्ते टिकी हुई खेड है, ये अंदर दे जज्बात उत्ते टिकी, अंदर दी साफ गोई, मन की पवित्रता ते बिल्कुल स्पष्ट हिरदे दे विच वसी हुई गल है। कोई वाल छड़ नहीं, कोई धर्म कर्मां दी लेस नहीं, इनू कोई रस्मो रिवाज ते कर्म कांडां दी इहदे उत्ते पा नहीं चाड़ी गई। गुरु महाराज बख्शिश करदे होए कहंदे ने, घट परचै जो उपजै भाओ, जदों प्रेम उपज पवे मन विच, प्रेम सहत मनुख उहदे गुणा नाल सांझ बनावे, पूर रहया तन त्रे भवन राओ। ਤਾਂ ਸਾਰੇ ਤਿੰਨਾਂ ਭਵਨਾਂ ਦੇ ਵਿੱਚ ਉਹ ਰਾਓ ਮਾਲਕ ਅਕਾਲ ਪੁਰਖ ਜਿਹੜਾ ਹੈ ਉਹ ਸਰਵ ਵਿਆਪਕ ਉਹਦੀ ਹੋਂਦ ਹੈ। ਇਹ ਯਕੀਨ ਹੋਰ ਵੀ ਪ੍ਰੌੜ ਹੋ ਜਾਂਦਾ ਹੈ, ਪੱਕਾ ਹੋ ਜਾਂਦਾ ਹੈ, ਇਹ ਯਕੀਨ ਧੁਰ ਅੰਦਰੋਂ ਵੱਜ ਜਾਂਦਾ ਹੈ। ਫਿਰ ਇਸ ਸਿਧਾਂਤ ਨੂੰ ਮਨੁੱਖ ਦਾ ਮਨ ਤੇ ਸੁਰਤ ਕਬੂਲ ਕਰ ਗਏ, ਫਿਰ ਇਸ ਸਿਧਾਂਤ ਤੋਂ ਥਿੜਕਿਆ ਨਹੀਂ। ਜਿਹੜੇ ਔਗਣ उस सच नूं भुला के जीवन च पैदा होंदे ने हुण नहीं हुंदे, क्योंकि उस रब दी होंद ते सारी जगह ते कर्म कांडां तो बच गया। रब नूं पाउण दे चक्कर विच जिहड़ी भटकना सी ओह मुक गई, संदेह मुक गए, नफरत ईरखा भेद भाव वैर विरोध ये जिहड़ियां अंदर बीमारियां उपजदियां सन ये मुक गईयां, क्योंकि मेरा रब ते सबना च है। तो गुरु पातशाह जी अगले बचन विच कहंदे ने, खखा खोज परै जाओ कोई, जे कोई उहदी खोज विच पै जाए, उसनूं लभण दी जानण दी कोशिश करे। इत्थे खोजण दी गल है, जिसनूं गुरु ग्रंथ साहब महाराज दी पवित्र बाणी कहंदी है, हर प्रभ खोज खोजेंदियां सो प्रभ लद्दा लोड़। उस प्रभु दी भाल करदियां, खोज करदियां, उसनूं जानण दा आहर करदियां होया मैं उसनूं लोड़ लिया, लभ लिया। पर लभ्या किवें?
ਇਹਦੀ ਵੀ ਜੁਗਤ ਅਗਲੀ ਪੰਕਤੀ ਵਿੱਚ ਸਮਝਾਏ। ਵਿਸ਼ਟ ਗੁਰੂ ਮੈਂ ਪਾਇਆ, ਵਿਸ਼ਟ ਕਹਿੰਦੇ ਨੇ ਵਿਚੋਲੇ ਨੂੰ, ਵਿਚੋਲਾ ਜਿਹੜਾ ਵਿਚੋਲਗੀ ਕਰਦਾ ਹੈ। ਮੇਰੀ ਤੇ ਅਕਾਲ ਪੁਰਖ ਦੇ ਦਰਮਿਆਨ ਜੋ ਖੜਾ ਹੋਇਆ ਸਾਧਨ ਹੈ, ਜਿਹੜੀ ਜੁਗਤ ਹੈ ਗੁਰਮਤ, ਉਹ ਗੁਰਮਤ ਮੇਰੀ ਵਿਚੋਲਗੀ ਕਰ ਗਈ। ਗੁਰਮਤ ਨੇ ਮੈਨੂੰ ਰਾਹ ਦੇ ਦਿੱਤਾ, ਸਮਝ ਦੇ ਦਿੱਤੀ, ਗੁਰੂ ਵਿਚੋਲਾ ਬਣ ਗਿਆ। ਵਿਸ਼ਟ ਗੁਰੂ ਮੈਂ ਪਾਇਆ, ਜਿਨ ਹਰ ਪ੍ਰਭ ਦਿੱਤਾ ਜੋੜ, ਜਿਸ ਨੇ ਹਰੀ ਪ੍ਰਭੂ ਦੇ ਨਾਲ ਮੈਨੂੰ ਜੋੜ ਦਿੱਤਾ, ਜਿਸ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮੇਰੀ ਸਾਂਝ ਬਣਾਉਣ ਵਿੱਚ ਮਦਦ ਕੀਤੀ, ਸਹਾਇਤਾ ਕਰ ਦਿੱਤੀ। ਮੈਨੂੰ ਭੁੱਲੇ ਭਟਕੇ ਨੂੰ ਉਹਦੇ ਦਰ ਦਾ ਰਸਤਾ ਵਿਖਾ ਦਿੱਤਾ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ RAM ਨਾਮ ਚਿਤਾਰੇ, ਬਸ ਰਹੇ ਹਿਰਦੇ ਗੁਰ ਚਰਨ ਪਿਆਰੇ। ਪਰ ਸਾਰੀ ਜੁਗਤ ਇਸ ਸਾਰੇ ਸ਼ਬਦ ਵਿੱਚ ਦੱਸੀ ਹੋਈ ਹੈ। ਤੋ ਗੁਰੂ ਪਾਤਸ਼ਾਹ ਜੀ ਇੱਕ ਬਚਨ ਵਿੱਚ ਇਵੇਂ ਵੀ ਰਹਿਮਤ ਕਰਦੇ ਨੇ। ਸਤਿਗੁਰੂ ਆਖਦੇ ਨੇ, ਗੁਰਮਤ ਨਗਰੀ ਖੋਜ ਖੋਜਾਈ। ਗੁਰਮਤ ਗੁਰੂ ਦੀ ਮੱਤ ਰਾਹੀਂ, ਨਗਰੀ ਦਾ ਮਤਲਬ ਆਪਣੀ ਸਰੀਰ ਰੂਪ ਨਗਰੀ ਨੂੰ ਮੈਂ ਖੋਜਿਆ। ਹੁਣ ਵੇਖੋ ਖੋਜਿਆ ਕਿੱਥੇ, ਕੋਈ ਇਹ ਨਾ ਸਮਝ ਲਵੇ ਵੀ ਮੈਂ ਬਾਹਰ ਲੱਭਿਆ, ਉੱਥੇ ਲੱਭਿਆ, ਇੱਧਰ ਲੱਭਿਆ। ਉਹ ਤਾਂ ਬਾਣੀ ਨੇ ਸਪਸ਼ਟ ਫੈਸਲਾ ਦੇ ਦਿੱਤਾ ਵੀ ਉਹਾਂ ਤਾਂ ਉਹ ਜਾਈਏ ਜੋ ਇਹਾਂ ਨਾ ਹੋਏ। ਹੁਣ ਤੁਸੀਂ ਉੱਥੇ ਆਓ ਜਿੱਥੋਂ ਖੋਜ ਹੋ ਰਹੀ ਹੈ। ਗੁਰਮਤ ਗੁਰੂ ਦੀ ਮੱਤ ਰਾਹੀਂ, ਨਗਰੀ ਸਰੀਰ ਰੂਪੀ ਨਗਰੀ ਨੂੰ ਖੋਜ ਖੋਜਾਈ। ਮੈਂ ਖੋਜਦਾ ਹਾਂ, ਲੱਭਦਾ ਹਾਂ, ਇਸ ਵਿੱਚੋਂ ਮੈਂ ਕੁਝ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਔਰ ਕਹਿੰਦੇ ਨੇ ਹਰ ਹਰ ਨਾਮ ਪਦਾਰਥ ਪਾਈ। ਰੱਬੀ ਨਾਮ ਦੀ ਦੌਲਤ, ਰੱਬੀ ਨਾਮ ਦਾ ਧਨ, ਰੱਬੀ ਨਾਮ ਦਾ ਪਦਾਰਥ, ਰੱਬੀ ਨਾਮ ਦੀ ਦਾਤ ਅੰਦਰੋਂ ਹੀ ਪਾ ਲਈ ਜੀਵਨ ਵਿੱਚ, ਮਨ ਵਿੱਚ। ਜਿਹਨੂੰ ਆਖਿਆ ਨਾ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਇਹਨੂੰ ਖੋਜ, ਇਹਦੇ ਅੰਦਰ ਹੀ ਸਾਰਾ ਕੁਝ ਪਿਆ, ਇਹਦੇ ਵਿੱਚ ਹੀ ਸਾਰਾ। ਘਰ ਅੰਮ੍ਰਿਤ ਘਟ ਮਾਹੀ ਜੀਓ। ਪਰ ਇਹਦੇ ਲਈ ਇੱਕ ਕੰਮ ਜ਼ਰੂਰ ਕਰਨਾ ਪਏਗਾ, ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀ ਜੀਓ। ਦੁਬਦਾ, ਇਹ ਦੁਬਦਾ ਮਤਲਬ ਹੁੰਦਾ ਵੀ એનર્ਜੀ ਦੋ ਪਾਸੇ ਵੇਸਟ ਕਰਨੀ ਹੈ। ਜ਼ੋਰ ਇੱਧਰ ਵੀ ਲਾਈ ਜਾਣਾ ਤੇ ਇੱਧਰ ਵੀ ਲਾਈ ਜਾਣਾ, ਨਹੀਂ ਚੱਲੇਗਾ, ਕਿਸੇ ਪਾਸੇ ਜੋਗਾ ਨਹੀਂ ਰਹੇਗਾ। ਗੁਰੂ ਦਾ ਬਚਨ ਇਹ ਕਹਿੰਦਾ ਵੀ ਉਹ ਤੇਰੇ ਭੀਤਰ ਵਸਿਆ ਹੋਇਆ, ਉਸ ਨੂੰ ਜਾਣ ਗੁਰੂ ਦੇ ਉਪਦੇਸ਼ ਦੀ ਜੋਤ ਨਾਲ। ਤੇ ਜੇ ਤੂੰ ਬਾਹਰ ਵੀ ਭਟਕਣਾ ਨਹੀਂ ਛੱਡਣਾ ਤੇ ਤੇਰਾ ਤਾਂ ਜੀਵਨ ਦਾ ਸਮਾਂ, ਜੀਵਨ ਦਾ ਜ਼ੋਰ ਤਾਣ ਦੋਵੇਂ ਪਾਸੇ ਖਰਚ ਹੋ ਰਿਹਾ, ਸਗੋਂ ਬਾਹਰ ਜ਼ਿਆਦਾ ਹੋ ਰਿਹਾ। ਇਸੇ ਕਰਕੇ ਕਿਸੇ ਸਿਰੇ ਗੱਲ ਨਹੀਂ ਲੱਗ ਰਹੀ। ਅਸੀਂ ਦੋਸ਼ ਗੁਰੂ ਦੀ ਬਾਣੀ ਨੂੰ ਤਾਂ ਕਈ ਵਾਰ ਦੇ ਲੈਂਦੇ ਆ ਵੀ ਵੇਖੋ ਮਹਾਰਾਜ ਨੇ ਆਹ ਕਿਹਾ, ਗੱਲ ਹੋਈ ਤਾਂ ਨਹੀਂ। ਜ਼ੋਰ ਕਿੱਥੇ ਲੱਗਿਆ? ਮਿਹਨਤ ਕਿਹੜੇ ਪਾਸੇ ਕੀਤੀ ਹੈ? એનર્ਜੀ ਕਿੱਧਰ ਲੱਗ ਰਹੀ ਹੈ? ਕੋਸ਼ਿਸ਼ ਕਿੱਧਰ ਹੋ ਰਹੀ? ਕੋਸ਼ਿਸ਼ ਤੇ ਸਾਰੀ ਫਿਰ ਵੀ ਉਹਨੂੰ ਬਾਹਰ ਮੁਕੀ ਲੱਭਣ ਤੇ ਉਹਨੂੰ ਖੋਜਣ ਦੇ ਉੱਤੇ ਲੱਗੀ ਹੋਈ ਹੈ। ਤੇ ਦੋਸ਼ ਗੁਰਮਤ ਨੂੰ। ਕਿੰਨੇ ਪਰਸੈਂਟੇਜ, ਕਿੰਨੇ ਆਪਣੇ ਜੀਵਨ ਦਾ ਤਾਣ ਜਿਹੜਾ ਇਸ ਪਾਸੇ ਲੱਗਾ ਹੈ। ਇਹ ਫਰਕ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਮਤ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਕੋਈ ਆਪਣੇ ਅੰਦਰ ਦੀ ਖੋਜ ਵਿੱਚ ਪੈ ਜਾਵੇ ਤਾਂ ਆਖਦੇ ਨੇ ਜੋ ਖੋਜੈ, ਜਿਹੜਾ ਅੰਦਰੋਂ ਖੋਜਦਾ ਹੈ, ਜਿਸ ਨੂੰ ਆਖਿਆ ਨਾ ਮਨ ਖੋਜ ਮਾਰਗ। ਇਹ ਮਨ ਆਪਣੇ ਆਪ ਵਿੱਚੋਂ ਰਸਤਾ ਕੱਢ, ਤੇਰੇ ਅੰਦਰ ਹੀ ਰਸਤਾ ਪਿਆ। ਜਿਹਨੂੰ ਆਖਿਆ ਸੀ ਨਾ ਪਹਿਲੋਂ, ਘਾਟ ਜੋ ਪਾਵਾ, ਵੀ ਅੰਦਰ ਹੀ ਉਹ ਪਤਨ ਹੈ ਜਿੱਥੋਂ ਬੇੜੀ ਚੱਲਦੀ ਹੈ, ਅੰਦਰ ਹੀ ਉਹ ਰਸਤਾ ਹੈ, ਅੰਦਰ ਹੀ ਉਹ ਜੁਗਤ ਹੈ। ਤੋ ਕਹਿੰਦੇ ਨੇ ਜੋ ਖੋਜੈ ਸੋ ਬਹੁਰ ਨਾ ਹੋਈ। ਉਹ ਫਿਰ ਦੁਬਾਰਾ ਫਿਰ ਉਹ ਮਨ ਭਟਕਦਾ ਨਹੀਂ। ਜਿਹੜਾ ਆਪਣੇ ਆਪ ਦੀ ਪਛਾਣ ਕਰਨੀ ਸ਼ੁਰੂ ਕਰ ਦਿੰਦਾ ਹੈ, ਉਹਨੂੰ ਬਾਹਰ ਭਟਕਣ ਦੀ ਲੋੜ ਨਹੀਂ ਪੈਂਦੀ। ਜਿਹੜਾ ਆਪਣੇ ਆਪ ਨੂੰ, ਸਵੈ ਸਰੂਪ ਨੂੰ ਜਾਣਨ ਲੱਗ ਪੈਂਦਾ ਵੀ ਮੇਰੀ ਹੋਂਦ ਰੱਬ ਨੇ ਕੀ ਬਣਾਈ ਹੈ, ਰੱਬ ਨੇ ਮੇਰੇ ਅੰਦਰ ਕਿਹੜਾ ਮਨੁੱਖੀ ਸੁਭਾਅ ਪੈਦਾ ਕੀਤਾ ਹੈ ਤੇ ਉਸ ਸੁਭਾਅ ਨੂੰ ਮੈਂ ਕਿਵੇਂ ਜੀਣਾ ਹੈ, ਉਹ ਫਿਰ ਬਾਹਰ ਭਟਕ ਕੇ ਪਸ਼ੂ ਬਿਰਤੀ ਵਾਲਾ, ਵਿਸ਼ੇ ਵਿਕਾਰਾਂ ਵਾਲਾ ਜੀਵਨ ਨਹੀਂ ਜਿਉਂਦਾ। ਉਹ ਆਪਣੀ ਹੋਂਦ, ਆਪਣੀ ਸਚਾਈ ਨੂੰ ਜਾਣ ਲੈਂਦਾ ਹੈ। ਜਿਸ ਨੂੰ ਆਪਣੇ ਜੀਵਨ ਦੇ ਅਸਤਿਤਵ ਦਾ, ਸਚਾਈ ਦਾ ਭੇਤ ਸਮਝ ਵਿੱਚ ਆ ਗਿਆ ਵੀ ਰੱਬ ਨੇ ਮੈਨੂੰ ਇਨਸਾਨ ਬਣਾਇਆ, ਮੈਂ ਉਹਦਾ ਅੰਸ਼ ਹਾਂ, ਤੇ ਉਸ ਦੀ ਜੋਤ ਮੇਰੇ ਅੰਦਰ ਵੀ ਹੈ, ਉਹਦੀ ਜੋਤ ਸਾਰੇ ਸੰਸਾਰ ਵਿੱਚ ਹੈ, ਉਹਦੇ ਗੁਣਾਂ ਦੀ ਦਾਤ ਮੇਰੇ ਅੰਦਰ ਵੀ ਰੱਬ ਨੇ ਕੈਪੈਸਿਟੀ ਪਾਈ, ਪੋਸੀਬਿਲਿਟੀ ਰੱਖੀ ਹੈ ਵੀ ਮੈਂ ਉਹਨੂੰ ਕਮਾ ਸਕਾਂ। ਉਹ ਫਿਰ ਗੁਰੂ ਦੀ ਉਪਦੇਸ਼ ਮਤ ਦੇ ਰਾਹੀਂ ਉਹਨੂੰ ਜਿਉਂਦਾ ਹੈ ਤੇ ਜਿਉ ਕੇ ਉਹ ਆਪਣਾ ਜੀਵਨ ਸਚਿਆਰਾ ਤੇ ਗੁਰਮੁਖਤਾਈ ਵਾਲਾ ਬਣਾ ਲੈਂਦਾ ਹੈ। ਇਵੇਂ ਉਹ ਬਾਹਰੋਂ ਭਟਕਣ ਤੋਂ ਮੁਕਤ ਹੋ ਗਿਆ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ,
ਖੋਜ ਬੂਝ ਜੋ ਕਰੇ ਵਿਚਾਰਾ। ਅੰਦਰੋਂ ਲੱਭ ਕੇ ਖੋਜ ਕੇ ਪਛਾਣ ਕੇ ਜਿਹੜਾ ਉਸ ਰੱਬ ਦੀ ਸੋਝੀ ਹਾਸਲ ਕਰ ਲੈਂਦਾ ਹੈ, ਬੁੱਝ ਲੈਂਦਾ ਹੈ ਤੇ ਆਪਣੇ ਆਪ ਦੀ ਵਿਚਾਰ ਕਰਦਾ, ਭਾਵ ਆਪਣੇ ਆਪੇ ਨੂੰ ਪੜਤਾਲਦਾ ਹੈ, ਆਪਣੇ ਆਪੇ ਦੀ ਨਿਰਖ ਪਰਖ ਕਰਦਾ ਹੈ। ਜਿਹਨੂੰ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਹੀ। ਦਰਅਸਲ ਗੁਰਬਾਣੀ ਹੈ ਆਪਣੇ ਆਪ ਨੂੰ ਪੜਤਾਲਦੇ ਰਹਿਣ ਦਾ ਸਾਧਨ। ਤਾਂ ਹੀ ਇਸ ਵਿੱਚ ਔਗਣਾਂ ਦੀ ਗੱਲ ਕਰਦੇ ਆਂ ਵੀ ਮਹਾਰਾਜ ਨੇ ਕਿਹਾ ਤੇਰੇ ਚਾਹ ਔਗਣ ਹੈ, ਮਨ ਨੂੰ ਮੈਲ ਲੱਗੀ ਹੋਈ ਹੈ, ਮਨ ਇਸ ਤਰ੍ਹਾਂ ਕਰਦਾ ਹੈ, ਮਨ ਉਸ ਤਰ੍ਹਾਂ ਕਰਦਾ ਹੈ। ਇਹ ਗੱਲਾਂ ਕਿਉਂ ਸਤਿਗੁਰਾਂ ਨੇ ਆਪਣੇ ਸ਼ਬਦ ਦਾ ਆਧਾਰ ਬਣਾਈਆਂ? ਕਿਉਂਕਿ ਸਾਡੇ ਸੁਭਾਅ 'ਚ ਹਨ। ਸਾਨੂੰ ਇਸ ਚੀਜ਼ ਤੋਂ ਅਵੇਅਰ ਕੀਤਾ ਜਾ ਰਿਹਾ ਹੈ, ਸੁਚੇਤ ਕੀਤਾ ਜਾ ਰਿਹਾ ਵੀ ਆਹ ਰੋਗ ਅੰਦਰ ਹੈ। ਇਹਨੂੰ ਤੂੰ ਇਹਦੇ ਤੋਂ ਬੇਖਬਰ ਜਿੰਨਾ ਹੋਏਗਾ ਉਨਾ ਹੀ ਵਧੇਗਾ। ਇਹਦੀ ਖਬਰ ਤੈਨੂੰ ਹੋਣੀ ਚਾਹੀਦੀ ਹੈ। ਜਿਹਨੂੰ ਪਾਤਸ਼ਾਹ ਨੇ ਕਿਹਾ ਘਰ ਜਲ ਤੇ ਕੀ ਖਬਰ ਨਾ ਪਾਈ। ਦੁਨੀਆ ਦੀ ਤਾਂ ਬੜੀ ਲੋਕਾਂ ਦੀ ਗੱਲ ਕਰਦਾ, ਫਲਾਣੇ ਦੇ ਜੀਵਨ 'ਚ ਆਪਣਾ ਘਰ ਸੜਦਾ ਉਹਦਾ ਨਹੀਂ ਪਤਾ। ਜਿਹੜੀ ਤੇਰੇ ਅੰਦਰ ਲੁੱਟ ਹੋ ਰਹੀ ਹੈ ਉਸ ਗੱਲ ਦਾ ਗਿਆਨ ਨਹੀਂ। ਆਪਣੇ ਘਰ ਵੱਲ ਵੀ ਝਾਤ ਮਾਰ, ਆਪਣੇ ਆਪ ਨੂੰ ਵੀ ਵੇਖਣ ਦੀ ਕੋਸ਼ਿਸ਼ ਕਰ ਵੀ ਮੈਂ ਕਿੱਥੇ ਖਲੋਤਾ ਹੋਇਆ, ਮੇਰੇ ਅੰਦਰ ਕਿੰਨੀ ਕੁ ਕਪੈਸਿਟੀ ਹੈ ਸੱਚ ਨੂੰ ਕਮਾਉਣ ਦੀ, ਮੈਂ ਕਿੰਨਾ ਕੁ ਰੱਬੀ ਗੁਣਾ ਤੇ ਪਹਿਰਾ ਦਿੰਦਾ ਹਾਂ, ਮੈਂ ਕਿੰਨਾ ਕੁ ਗੁਰੂ ਦੀ ਮੱਤ ਦਾ ਪਾਬੰਦ ਹਾਂ। ਆਪਣੇ ਆਪ ਨੂੰ ਵੀ ਤੇ ਪੜਤਾਲਣ ਦੀ ਕੋਸ਼ਿਸ਼ ਕਰਨਾ। ਤਾਂ ਗੁਰੂ ਮਹਾਰਾਜ ਉਸ ਜਗ੍ਹਾ ਦੇ ਉੱਤੇ ਸਾਨੂੰ ਇਹ ਸਮਝਾਉਂਦੇ ਨੇ ਵੀ ਆਪੇ ਨੂੰ ਚੀਨ, ਆਪੇ ਨੂੰ ਪਛਾਣ। ਤੋ ਕਬੀਰ ਸਾਹਿਬ ਕਹਿੰਦੇ ਤਉ ਭਵਜਲ ਤਰਤ ਨਾ ਲਾਵੇ ਬਾਰਾ। ਐਸਾ ਮਨੁੱਖ ਦੇਰੀ ਨਹੀਂ ਲਾਉਂਦਾ, ਵਿਕਾਰਾਂ ਦੇ ਭਵਜਲ ਨੂੰ ਛੇਤੀ ਤਰ ਜਾਂਦਾ ਹੈ। ਭਾਵ ਹਰ ਔਗਣ, ਹਰ ਵਿਕਾਰ, ਹਰ ਬੁਰਾਈ ਉਹਦੇ ਜੀਵਨ ਦੀ ਰੁਕਾਵਟ ਨਹੀਂ ਬਣਦੀ। ਉਹ ਇਹਨਾਂ ਰੁਕਾਵਟਾਂ ਤੋਂ ਉੱਪਰ ਉੱਠ ਜਾਂਦਾ ਹੈ, ਕਿਉਂਕਿ ਸਹਿਜ ਸੁਭਾਏ ਮਿਲੇ ਗੋਬਿੰਦਾ। ਉਸ ਕਰਤੇ ਦੇ ਗੁਣ ਉਹਦੇ ਅੰਦਰ ਅਡੋਲ ਟਿਕ ਜਾਂਦੇ ਹਨ ਤੇ ਸੁਭਾਵਕ ਹੀ ਉਹਨਾਂ ਗੁਣਾਂ ਨੂੰ ਕਮਾਉਣ ਵਾਲਾ ਚੰਗਾ ਜੀਵਨ ਅਪਣਾ ਲੈਂਦਾ ਹੈ, ਜਿਸ ਕਰਕੇ ਔਗਣ ਉਹਦੇ ਰਸਤੇ ਦੀ ਰੁਕਾਵਟ ਬਣਦੇ ਹੀ ਨਹੀਂ। ਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਸਤਿਗੁਰਾਂ ਦਾ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣੇ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਬਖਸ਼ਿਸ਼ ਕਰਨ। ਸਭਨਾਂ ਦਾ ਧੰਨਵਾਦ। ਅਦਬ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ